ਹਾਂਜੀ ਸਟੂਡੈਂਟਸ, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਸੈਕਿੰਡ ਚੈਪਟਰ ਅਤੇ ਫਸਟ ਪੋਇਮ ਬਾਰਡਰ ਗਾਰਡਸ, ਜਿਸ ਨੂੰ ਕਿ ਸ਼ਿਵ ਕੇ ਕੁਮਾਰ ਨੇ ਲਿਖਿਆ ਹੋਇਆ ਹੈ, ਇਸ ਪੋਇਮ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਪੈਰਾਫਰੇਜ਼ ਕਵਰ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਪਹਿਲਾ ਵੀਡੀਓ ਹੋਏਗਾ। ਸਟੂਡੈਂਟ, ਸਾਡੀ ਦ ਲਿਟਰੇਰੀ ਪੈਟਲਸ ਦੀ ਪਹਿਲੀ ਪੋਇਮ ਹੈ ਜੀ, ਜੋ ਕਿ ਚੈਪਟਰ ਨੰਬਰ 2 ਦੇ ਵਿੱਚ ਹੈ, ਜਿਸ ਦਾ ਨਾਮ ਹੈ ਬਾਰਡਰ ਗਾਰਡਸ, ਤੇ ਇਸ ਨੂੰ ਸ਼ਿਵ ਕੇ ਕੁਮਾਰ ਨੇ ਲਿਖਿਆ ਹੋਇਆ ਹੈ। ਤਾਂ ਇਹ ਸਾਡੇ ਸਿਲੇਬਸ ਦੀ ਇੱਕ ਤਰ੍ਹਾਂ ਨਾਲ ਪਹਿਲੀ ਪੋਇਮ ਹੈ। ਤੁਹਾਨੂੰ ਪਤਾ ਹੈ ਦ ਲਿਟਰੇਰੀ ਪੈਟਲਸ ਦੇ ਵਿੱਚ ਕੁਝ ਸਟੋਰੀਜ਼ ਵੀ ਨੇ, ਐਸੇਜ਼ ਵੀ ਨੇ ਤੇ ਪੋਇਮਸ ਵੀ ਨੇ, ਤੇ ਪਹਿਲੀ ਪੋਇਮ ਹੈ ਜੀ ਇਹ ਅਪ੍ਰੈਲ ਐਂਡ ਮਈ ਦੇ ਸਿਲੇਬਸ ਦੇ ਵਿੱਚ ਸਾਡੀ ਪਹਿਲੀ ਪੋਇਮ ਹੈ, ਜਿਸ ਨੂੰ ਅੱਜ ਆਪਾਂ ਕਰਨ ਜਾ ਰਹੇ ਹਾਂ। ਸ਼ਿਵ ਕੇ ਕੁਮਾਰ ਨੂੰ ਸੁਣ ਕੇ ਤੁਸੀਂ ਯਾਦ ਤਾਂ ਤੁਹਾਨੂੰ ਆ ਗਿਆ ਹੋਣਾ, ਤੁਸੀਂ ਆਲਰੇਡੀ ਇਹਨਾਂ ਦੀ +1 ਕਲਾਸ 'ਚ ਇੱਕ ਪੋਇਮ ਕੀਤੀ ਹੋਈ ਹੈ, ਮਦਰਸ ਡੇ। ਮੈਂ ਤੁਹਾਨੂੰ ਕਰਵਾਈ ਵੀ ਸੀਗੀ ਸਾਰੀ ਇਹ, ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਈ ਸੀ। ਸਾਡੇ ਇੰਡੀਅਨ ਰਾਈਟਰ ਨੇ ਜੀ, ਉਹਨਾਂ ਦੀ ਹੀ ਲਿਖੀ ਹੋਈ ਪੋਇਮ ਬਾਰਡਰ ਗਾਰਡਸ ਤੁਹਾਡੇ ਇੰਗਲਿਸ਼ ਇਲੈਕਟਿਵ ਦੇ ਸਿਲੇਬਸ ਦੇ ਵਿੱਚ ਸ਼ਾਮਿਲ ਹੈ। ਕਈ ਸਟੂਡੈਂਟਸ ਮੈਨੂੰ ਪੁੱਛਦੇ ਹੁੰਦੇ ਨੇ ਕਿ ਸਰ ਇਹ ਸ਼ਿਵ ਕੇ ਕੁਮਾਰ, ਕੇ ਦਾ ਮਤਲਬ ਕੀ ਹੈ? ਤਾਂ ਬੇਟਾ ਕੇ ਦਾ ਮਤਲਬ ਹੁੰਦਾ ਹੈ ਕ੍ਰਿਸ਼ਨ, ਤੇ ਸ਼ਿਵ ਕ੍ਰਿਸ਼ਨ ਕੁਮਾਰ ਇਹਨਾਂ ਦਾ ਪੂਰਾ ਨਾਮ ਸੀਗਾ। ਤੇ ਇਹਨਾਂ ਦੀ ਪੋਇਮ ਹੈ ਜਿਹੜੀ ਬਾਰਡਰ ਗਾਰਡਸ, ਇਹਨੂੰ ਆਪਾਂ ਸਟਾਰਟ ਕਰਨ ਤੋਂ ਪਹਿਲਾਂ ਇੰਟਰੋਡਕਟਰੀ ਪੈਰਾ ਪੜ੍ਹ ਲੈਂਦੇ ਹਾਂ। ਤਾਂ ਲਿਖਿਆ ਜੀ ਕਿ ਪੋਇਟ, ਨੋਵਲਿਸਟ, ਸ਼ਾਰਟ ਸਟੋਰੀ ਰਾਈਟਰ, प्ले राइट, translator, critic and educationist, Professor Shiv K. Kumar was elected a Fellow of Royal Society of Literature, London in 1978, and he received the Sahitya Academy Award in 1988 for his collection of poems English, Trapfalls in the Sky. ਤਾਂ ਬੱਚਿਓ, ਪਹਿਲੀ ਲਾਈਨ ਦੇ ਵਿੱਚ ਇਹਨਾਂ ਦੇ ਬਾਰੇ ਦੱਸਿਆ ਹੋਇਆ ਹੈ ਕਿ ਇਹ ਪੋਇਟ ਵੀ ਸੀਗੇ, ਨਾਵਲ ਵੀ ਲਿਖਦੇ ਸੀਗੇ, ਸ਼ਾਰਟ ਸਟੋਰੀ, ਲਘੂ ਕਹਾਣੀਆਂ ਵੀ ਇਹਨਾਂ ਨੇ ਲਿਖੀਆਂ ਨੇ, ਪਲੇ ਰਾਈਟ ਮਤਲਬ ਨਾਟਕ ਵੀ ਲਿਖਿਆ ਇਹਨਾਂ ਨੇ ਟਰਾਂਸਲੇਸ਼ਨ ਵੀ ਕੀਤੀ ਹੈ ਇੰਗਲਿਸ਼ ਦੇ ਵਿੱਚ, ਕਈ ਹੋਰ ਲੈਂਗੁਏਜ ਤੋਂ ਇੰਗਲਿਸ਼ ਦੇ ਵਿੱਚ ਇਹਨਾਂ ਨੇ ਟਰਾਂਸਲੇਸ਼ਨ ਵੀ ਕੀਤੀ ਹੈ। ਕ੍ਰਿਟਿਕ ਵੀ ਰਹੇ ਨੇ। ਕ੍ਰਿਟਿਕ ਦਾ ਮਤਲਬ ਹੁੰਦਾ ਬੇਟਾ ਆਲੋਚਕ। ਇਹਦਾ ਮਤਲਬ ਕੀ ਹੁੰਦਾ? ਸਪੋਜ਼ ਕਰੋ ਕੋਈ ਆਪਾਂ ਰਾਈਟਿੰਗ ਲਿਖੀਏ ਜਾਂ ਕਿਸੇ ਨੇ ਰਾਈਟਿੰਗ ਲਿਖੀ ਹੋਵੇ, ਆਪਾਂ ਆਪਣੇ ਵਿਚਾਰ ਉਸ ਰਾਈਟਿੰਗ ਦੇ ਉੱਪਰ ਦਈਏ, ਲਿਖ ਕੇ ਉਸਦੇ ਪੱਖ 'ਚ ਦਈਏ ਜਾਂ ਉਸਦੇ ਪੱਖ 'ਚ ਨਾ ਦਈਏ, ਉਸ ਨੂੰ ਆਪਾਂ ਕ੍ਰਿਟਿਕ ਕਹਿੰਦੇ ਆ। ਅਤੇ ਇਹ ਐਜੂਕੇਸ਼ਨਿਸਟ ਵੀ ਸੀਗੇ, ਮਤਲਬ ਪੜ੍ਹਾਉਂਦੇ ਵੀ ਸੀਗੇ, ਤਾਂ ਹੀ ਪ੍ਰੋਫੈਸਰ ਸ਼ਿਵ ਕੇ ਕੁਮਾਰ ਕਿਹਾ ਜਾਂਦਾ ਹੈ। ਇਹਨਾਂ ਨੂੰ ਲੰਡਨ ਦੇ ਵਿੱਚ ਇੱਕ ਲਿਟਰੇਰੀ ਆਰਗੇਨਾਈਜੇਸ਼ਨ ਹੈ, ਜਿਸ ਦਾ ਨਾਮ ਹੈ ਰਾਇਲ ਸੁਸਾਇਟੀ ਆਫ ਲਿਟਰੇਚਰ। 1978 ਦੇ ਵਿੱਚ ਇਹਨਾਂ ਨੂੰ ਫੈਲੋ ਇਲੈਕਟ ਕੀਤਾ ਗਿਆ ਸੀ। ਫੈਲੋ ਦਾ ਮਤਲਬ ਤੁਸੀਂ ਕਹਿ ਲਓ ਕਿ ਮੈਂਬਰ। ਮੰਨ ਲਓ ਕੋਈ ਆਰਗੇਨਾਈਜੇਸ਼ਨ ਹੋਵੇ, ਐਜੂਕੇਸ਼ਨਿਸਟ ਉਹਦੇ 'ਚ ਬਹੁਤ ਸਾਰੇ ਹੋਣ, ਤਾਂ ਐਜੂਕੇਸ਼ਨ ਨਾਲ ਰਿਲੇਟਡ ਕੋਈ ਆਰਗੇਨਾਈਜੇਸ਼ਨ ਹੁੰਦੀ ਹੈ, ਤਾਂ ਆਪਾਂ ਉਹਦੇ ਵਿੱਚ ਜਦੋਂ ਮੈਂਬਰ ਬਣਦੇ ਹਾਂ ਤਾਂ ਉਹਨੂੰ ਆਪਾਂ ਫੈਲੋ ਕਹਿੰਦੇ ਹਾਂ। ਅਤੇ ਇਹਨਾਂ ਨੂੰ ਭਾਰਤ ਦੇ ਵਿੱਚ 1988 ਈਸਵੀ ਦੇ ਵਿੱਚ ਸਾਹਿਤਯ ਅਕੈਡਮੀ ਅਵਾਰਡ ਵੀ ਮਿਲਿਆ। ਅਤੇ ਇਹਨਾਂ ਨੂੰ ਕਿਹੜੀ ਬੁੱਕ ਕਰਕੇ ਮਿਲਿਆ? ਤੇ ਇਹਨਾਂ ਨੇ ਇੱਕ ਪੋਇਮਸ ਦੀ ਬੁੱਕ ਬੇਟਾ ਪਬਲਿਸ਼ ਕੀਤੀ ਸੀ, ਜਿਸ ਦਾ ਨਾਮ ਹੈ ਟ੍ਰੈਪਫਾਲਸ ਇਨ ਦਾ ਸਕਾਈ। ਟ੍ਰੈਪਫਾਲਸ ਇਨ ਦਾ ਸਕਾਈ ਇਹਨਾਂ ਦੀ ਇੱਕ ਬੁੱਕ ਪਬਲਿਸ਼ ਹੋਈ ਸੀ, ਜਿਸ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਪੋਇਮਸ ਲਿਖੀਆਂ ਨੇ। ਉਸ ਬੁੱਕ ਦੇ ਕਰਕੇ ਇਹਨਾਂ ਨੂੰ ਸਾਹਿਤਯ ਅਕੈਡਮੀ ਅਵਾਰਡ 1988 ਦੇ ਵਿੱਚ ਦਿੱਤਾ ਗਿਆ। He has a rich variety of poetical collections, novels, short stories, play and critical writing to his credit. ਤਾਂ ਇਹਨਾਂ ਨੇ ਜਿਵੇਂ ਕਿ ਪਹਿਲਾਂ ਹੀ ਦੱਸਿਆ ਹੈ ਕਿ ਬਹੁਤ ਵੈਰਾਈਟੀ ਦੀਆਂ ਚੀਜ਼ਾਂ ਲਿਖੀਆਂ, ਜਿਵੇਂ ਕਿ ਇਹਨਾਂ ਨੇ ਪੋਇਮਸ ਵੀ ਲਿਖੀਆਂ, ਪੋਇਮਸ ਦੀਆਂ ਕਲੈਕਸ਼ਨਸ ਵੀ ਲਿਖੀਆਂ, ਨਾਵਲਸ ਲਿਖੀਆਂ ਜੀ, ਸ਼ਾਰਟ ਸਟੋਰੀਜ਼ ਦਾ ਮਤਲਬ ਲਘੂ ਕਹਾਣੀਆਂ ਲਿਖੀਆਂ, ਪਲੇ ਲਿਖੀਆਂ, ਕ੍ਰਿਟੀਕਲ ਰਾਈਟਿੰਗ ਉਹੀ ਆਲੋਚਨਾ ਕੀਤੀ ਇਹਨਾਂ ਨੇ। ਟੂ ਹਿਸ ਕ੍ਰੈਡਿਟ ਦਾ ਮਤਲਬ ਵੀ ਇਹਨਾਂ ਦੇ ਮਾਨ ਦੇ ਵਿੱਚ ਇਹ ਸਾਰੀਆਂ ਗੱਲਾਂ ਜਾਂਦੀਆਂ ਕਿ ਇੰਨੇ ਸਾਰੇ ਇਹਨਾਂ ਨੇ ਵਰਕਸ ਲਿਖੇ ਆ। He is at present working as consultant director, creative writing course English, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ। ਤਾਂ ਸਾਡੇ ਭਾਰਤ ਦੇ ਵਿੱਚ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਹੈ ਜੀ, ਇਹ ਨਿਊ ਦਿੱਲੀ ਦੇ ਵਿੱਚ ਹੈ, ਤੇ ਉਹਦੇ ਵਿੱਚ ਇਹ ਡਾਇਰੈਕਟਰ ਰਹੇ ਨੇ ਕ੍ਰੀਏਟਿਵ ਰਾਈਟਿੰਗ ਕੋਰਸ ਇੰਗਲਿਸ਼ ਦੇ, ਕੰਸਲਟੈਂਟ ਡਾਇਰੈਕਟਰ ਰਹੇ ਨੇ। ਕੰਸਲਟੈਂਟ ਮਤਲਬ ਜਿਹੜਾ ਕਿ ਸਲਾਹ ਵਗੈਰਾ ਦਿੰਦੇ ਆ। ਲੇਕਿਨ ਬੱਚਿਓ, ਹੁਣ ਇਹਨਾਂ ਦੀ ਡੈਥ ਹੋ ਚੁੱਕੀ, ਵੈਸੇ 2017 ਈਸਵੀ ਦੇ ਵਿੱਚ ਇਹਨਾਂ ਦੀ ਡੈਥ ਹੋ ਚੁੱਕੀ ਹੈ। Amongst his well-known collections of poems are Articulate Silences, Writers Workshop 1970। ਤਾਂ ਹੁਣ ਇਹਦੇ ਵਿੱਚ ਨਾ ਇਹਨਾਂ ਨੇ ਇਸ ਪੈਰੇ ਦੇ ਵਿੱਚ ਇਹਨਾਂ ਨੇ ਉਹਨਾਂ ਦੀਆਂ ਪੋਇਮਸ ਦੀਆਂ ਕਲੈਕਸ਼ਨਸ ਦੀਆਂ ਕੁਝ ਬੁੱਕਸ ਦੱਸੀਆਂ ਨੇ, ਅਤੇ ਬ੍ਰੈਕਟ ਦੇ ਵਿੱਚ ਉਹਨਾਂ ਦੇ ਪਬਲਿਸ਼ਰ ਦਾ ਨਾਮ ਹੈ। ਜਿਵੇਂ ਆ ਦੇਖੋ, ਆਰਟੀਕੂਲੇਟ ਸਾਇਲੈਂਸਿਸ ਇਹਨਾਂ ਦੀ ਬੁੱਕ ਹੈ, ਅਤੇ
ਆ ਇਹਨਾਂ ਦਾ ਪਬਲਿਸ਼ਰ ਹੈ। ਇਸੇ ਤਰ੍ਹਾਂ ਕੋਬਵੈਬਸ ਇਨ ਦਾ ਸਨ ਇਹਨਾਂ ਦੀ ਬੁੱਕ ਹੈ। ਟਾਟਾ ਮੈਗਰੂ ਹਿਲ ਡੇਲੀ 1974 ਇਹਨਾਂ ਦਾ ਪਬਲਿਸ਼ਰ ਹੈ, ਮਤਲਬ ਇਸ ਹਾਊਸ ਨੇ ਇਹਨਾਂ ਦੀ ਬੁੱਕ ਪਬਲਿਸ਼ ਕੀਤੀ ਹੈ। ਇਸੇ ਤਰ੍ਹਾਂ ਸਟਰਫਿਊਜੀਜ਼ ਆਕਸਫੋਰਡ ਯੂਨੀਵਰਸਿਟੀ ਪ੍ਰੈਸ 1975, ਵੁੱਡਪੈਕਰਸ Sigwick and Jackson London 1979 and Trefoils in the Sky Macmillan 1986 ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ, ਜਿਸ ਦੇ ਬੇਸ ਇਹਨਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਵੀ ਮਿਲਿਆ 1988 ਚ। ਇਹ ਪਬਲਿਸ਼ ਕੀਤੀ ਸੀ ਮੈਕਮਿਲਨ 1986 ਪਬਲਿਸ਼ਰ ਨੇ। Several write-ups on the author have appeared in the Times of India, the Hindustan Times, the Indian Express, the Patriot, the News Time, the Hindu, the Deccan Chronicle, the New Delhi Magazine। ਤਾਂ ਇਹ ਸਾਰੇ ਅਖਬਾਰਾਂ ਦੇ ਨਾਮ ਹੈ ਬੱਚਿਓ, ਨਿਊਜ਼ਪੇਪਰ ਨੇ ਜਾਂ ਮੈਗਜ਼ੀਨਸ ਨੇ। ਦਾ ਹਿੰਦੁਸਤਾਨ ਟਾਈਮਜ਼ ਨਿਊਜ਼ਪੇਪਰ ਹੈ, ਦਾ ਇੰਡੀਅਨ ਐਕਸਪ੍ਰੈਸ ਵੀ ਨਿਊਜ਼ਪੇਪਰ ਹੈ, ਦਾ ਹਿੰਦੂ ਹੈ। ਤਾਂ ਇਹਨਾਂ ਦੇ ਵਿੱਚ ਇਹਨਾਂ ਦੇ ਰਾਈਟਅਪਸ ਕੀ ਹੁੰਦੇ ਆ ਬੇਟਾ? ਰਾਈਟਅਪ ਸ਼ਬਦ ਆਇਆ ਕਿ ਸਪੋਜ਼ ਕਰੋ ਕਿਸੇ ਨੇ ਕੋਈ ਬੁੱਕ ਲਿਖੀ ਹੋਵੇ ਤੇ ਉਸਦੇ ਉੱਪਰ ਆਪਾਂ ਆਪਣੇ ਵਿਚਾਰ ਲਿਖੀਏ ਤਾਂ ਉਸਨੂੰ ਆਪਾਂ ਰਾਈਟਅਪ ਕਹਿੰਦੇ ਆ। ਸਪੋਜ਼ ਕਰੋ ਤੁਸੀਂ ਉਹ ਕੋਈ ਬੁੱਕ ਕਢਾ ਲੈਂਦੇ ਹੋ ਲਾਇਬ੍ਰੇਰੀ ਚੋਂ, ਤੁਹਾਨੂੰ ਲਾਇਬ੍ਰੇਰੀ ਚੋਂ ਕੋਈ ਬੁੱਕ ਮਿਲਦੀ ਹੈ ਤੇ ਤੁਹਾਨੂੰ ਟੀਚਰ ਕਹਿੰਦੇ ਆ ਕਿ ਇਸ ਬੁੱਕ ਦੇ ਉੱਪਰ ਆਪਣੇ ਵਿਚਾਰ ਲਿਖੋ, ਤਾਂ ਤੁਸੀਂ ਜਿਹੜੀ ਜੋ ਵੀ ਆਪਣੇ ਵਿਊਜ਼ ਲਿਖੋਗੇ ਉਹਨੂੰ ਆਪਾਂ ਰਾਈਟਅਪਸ ਕਹਾਂਗੇ। ਤਾਂ ਇਹਨਾਂ ਦੇ ਉੱਪਰ ਬਹੁਤ ਸਾਰੇ ਰਾਈਟਅਪਸ ਲਿਖੇ ਗਏ ਨੇ ਤੇ ਬਹੁਤ ਸਾਰੀਆਂ ਉਹ ਰਾਈਟਅਪਸ ਜਿਹੜੇ ਆ ਉਹ ਮੈਗਜ਼ੀਨਸ ਦੇ ਵਿੱਚ ਵੀ ਪਬਲਿਸ਼ ਹੋਏ ਆ ਅਤੇ ਨਿਊਜ਼ਪੇਪਰ ਦੇ ਵਿੱਚ ਵੀ ਪਬਲਿਸ਼ ਹੋਏ। ਤਾਂ ਇਹ ਤਾਂ ਸੀ ਜੀ ਸ਼ਿਵ ਕੇ ਕੁਮਾਰ ਬਾਰੇ ਗੱਲਾਂ। ਹਾਂਜੀ ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ +2 ਇੰਗਲਿਸ਼ ਇਲੈਕਟਿਵ ਦੇ ਬਹੁਤ ਸਾਰੇ ਚੈਪਟਰਸ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਸ ਦੇ ਵਿੱਚ ਤੁਹਾਡੀ ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਸ ਦਾ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਸੈਕੰਡ ਚੈਪਟਰ ਅ ਮੋਸਟ ਫੋਰਗਿਵਿੰਗ ਏਪ, ਥਰਡ ਚੈਪਟਰ ਅ ਯੰਗ ਟਰਕਿਸ਼ ਕੈਟਾਸਟ੍ਰਫੀ ਅਤੇ ਫੋਰਥ ਚੈਪਟਰ ਅ ਟਾਈਨੀ ਸੈਂਚੁਰੀ ਸ਼ਾਮਿਲ ਨੇ। ਇਸੇ ਤਰ੍ਹਾਂ ਤੁਹਾਡੀ ਸੈਕਿੰਡ ਬੁੱਕ ਦਾ ਲਿਟਰੇਰੀ ਪੈਟਲਸ ਦਾ ਪਹਿਲਾ ਚੈਪਟਰ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਫੋਰਥ ਚੈਪਟਰ ਦਾ ਗੈਂਬਲਿੰਗ ਮੈਚ। ਇਹਨਾਂ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਦੇ ਵੀਡੀਓਜ਼, ਇਹਨਾਂ ਦੇ ਕੁਐਸਚਨ ਆਨਸਰਸ ਦੇ ਵੀਡੀਓਜ਼ ਅਤੇ ਇਹਨਾਂ ਦੀ ਵੋਕੈਬਲਰੀ ਪ੍ਰੈਕਟਿਸਿਸ ਨਾਲ ਸੰਬੰਧਿਤ ਐਕਸਰਸਾਈਜ਼ਸ ਵਿਦ ਸੋਲੂਸ਼ਨਸ ਵਾਲੇ ਵੀਡੀਓ ਮੈਂ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਬੱਚਿਓ ਕਿ ਤੁਸੀਂ ਇਹ ਸਾਰੇ ਵੀਡੀਓਜ਼ ਦੇਖੇ ਹੋਣਗੇ। ਜੇਕਰ ਤੁਹਾਡੇ ਵੀਡੀਓਜ਼ ਮਿਸ ਹੋਏ ਨੇ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਕੰਪਲੀਟ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਲਿੰਕ ਤੇ ਜਾ ਕੇ ਤੁਹਾਨੂੰ ਇਹ ਸਾਰੇ ਚੈਪਟਰਸ ਦੇ ਨਾਲ ਸੰਬੰਧਿਤ ਜੋ ਵੀ ਮੈਂ ਵੀਡੀਓਜ਼ ਬਣਾਏ ਨੇ ਉਹ ਤੁਹਾਨੂੰ ਮਿਲ ਜਾਣਗੇ। ਤਾਂ ਬੇਟਾ ਇਹ ਪੋਇਮ ਤੁਹਾਡੇ ਸਾਹਮਣੇ ਹੈ। ਜੇ ਤੁਸੀਂ ਦੇਖੋ ਪੋਇਮ ਬਹੁਤ ਹੀ ਛੋਟੀ ਜੀ ਪੋਇਮ ਹੈ, ਕਾਫੀ ਛੋਟੀ ਪੋਇਮ ਹੈ ਇਹ, ਹਾਰਡਲੀ ਆਈ ਥਿੰਕ 16-17 ਲਾਈਨਾਂ ਦੀ ਪੋਇਮ ਹੈ ਇਹ, ਲੇਕਿਨ ਇਸ ਦੇ ਵਿੱਚ ਜੋ ਮੈਸੇਜ ਦਿੱਤਾ ਨਾ ਕਵੀ ਨੇ ਉਹ ਬਹੁਤ ਹੀ ਡੀਪ ਮੈਸੇਜ ਹੈ ਨਾ। ਇਹ ਪੋਇਮ ਦਾ ਨਾਮ ਹੈ ਬਾਰਡਰ ਗਾਰਡਸ। ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਬਾਰਡਰ ਗਾਰਡ ਦਾ ਮਤਲਬ ਕੀ ਹੈ। ਬਾਰਡਰ ਦਾ ਮਤਲਬ ਬੇਟਾ ਸਰਹੱਦ ਨੂੰ ਕਿਹਾ ਜਾਂਦਾ ਹੈ, ਤੁਹਾਨੂੰ ਪਤਾ ਹੈ ਸਰਹੱਦ ਜਿਹੜੀ ਦੋ ਦੇਸ਼ਾਂ ਦੇ ਵਿਚਕਾਰ ਦੀ ਸੀਮਾ ਹੁੰਦੀ ਹੈ ਜਿਸ ਨੂੰ ਕਿ ਲੰਘਣਾ ਮਤਲਬ ਨਹੀਂ ਚਾਹੀਦਾ, ਤਾਂ ਉਸ ਨੂੰ ਆਪਾਂ ਬਾਰਡਰ ਕਹਿੰਦੇ ਆ ਕਿਉਂਕਿ ਉਸਦੇ ਇੱਕ ਪਾਸੇ ਦੂਜਾ ਦੇਸ਼ ਹੈ, ਦੂਜੇ ਪਾਸੇ ਦੂਜਾ ਦੇਸ਼ ਹੈ। ਗਾਰਡ ਦਾ ਮਤਲਬ ਜੋ ਰਖਵਾਲੀ ਕਰਦਾ ਹੈ ਸਰਹੱਦ ਦੀ, ਤਾਂ ਉਹਨੂੰ ਆਪਾਂ ਗਾਰਡ ਕਹਿੰਦੇ ਆ। ਤਾਂ ਰਖਵਾਲੀ ਕਰਨ ਵਾਲਾ ਕਿਸ ਦੀ? ਸਰਹੱਦ ਦੀ, ਬਾਰਡਰ ਗਾਰਡਸ। ਤਾਂ ਬਾਰਡਰ ਗਾਰਡਸ ਦਾ ਮਤਲਬ ਕੀ ਹੋਇਆ ਕਿ ਸਰਹੱਦਾਂ ਦੀ ਰਖਵਾਲੀ ਕਰਨ ਵਾਲੇ, ਉਹਨਾਂ ਨੂੰ ਕਿਹਾ ਗਿਆ ਕਿਉਂਕਿ ਗਾਰਡਸ ਇਸ ਸ਼ਬਦ ਪਿਆ ਤਾਂ ਇਹਦਾ ਮਤਲਬ ਇੱਕ ਤੋਂ ਜ਼ਿਆਦਾ ਗਾਰਡ ਦੀ ਗੱਲ ਹੋ ਰਹੀ ਹੈ। ਤਾਂ ਹੁਣ ਇਹ ਜਿਹੜੀ ਪੋਇਮ ਹੈ ਬੇਟਾ ਇੱਕ ਅਲੱਗ ਥੀਮ ਤੇ ਬੇਸਡ ਹੈ। ਇਦਾਂ ਦੀਆਂ ਪੋਇਮਸ ਆਪਾਂ ਵੈਸੇ ਅਜੇ ਤੱਕ ਨਹੀਂ ਪੜ੍ਹੀਆਂ ਆਪਣੇ ਸਿਲੇਬਸ +1 +2 ਚ, ਇੱਕ ਨਵਾਂ ਥੀਮ ਹੈ। ਹੁਣ ਇਸ ਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਬੇਟਾ ਦੱਸ ਦੇਣਾ, ਬਿਕੋਜ਼ ਜਦ ਵੀ ਆਪਾਂ ਨਾ ਪੋਇਮ ਸਟਾਰਟ ਕਰਦੇ ਹਾਂ ਤਾਂ ਸਾਨੂੰ ਪਹਿਲਾਂ ਇਹ ਦੇਖਣਾ ਪਊਗਾ ਕਿ ਪੋਇਟ ਨੇ ਕਿਸ ਬੈਕਡ੍ਰੌਪ ਦੇ ਵਿੱਚ, ਬੈਕਡ੍ਰੌਪ ਦਾ ਮਤਲਬ ਕਿ ਉਸਨੇ ਉਸਦਾ ਪਿਛੋਕੜ ਕੀ ਹੈ ਪੋਇਮ ਲਿਖਣ ਦਾ, ਹੈ ਨਾ, ਕਿ ਕਿਸ ਵਿਸ਼ਾ ਵਸਤੂ ਲੈ ਕੇ ਕੰਟੈਂਟ ਲਿਖਿਆ ਉਸਨੇ ਪੋਇਮ ਲਿਖੀ ਹੈ। ਤਾਂ ਬੇਟਾ ਉਸਨੇ ਸਰਹੱਦ ਦੇ ਉੱਪਰ ਜੋ ਰਖਵਾਲੀ ਕਰਦੇ ਆ ਸਾਡੇ, ਜਿਨ੍ਹਾਂ ਨੂੰ ਆਪਾਂ ਬਾਰਡਰ ਸਿਕਿਉਰਿਟੀ ਫੋਰਸ ਵੀ BSF ਵੀ ਕਹਿ ਦਿੰਦੇ ਆ, ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਨਾਮ ਨਾਲ ਜਾਣਿਆ ਜਾਂਦਾ ਹੈ। ਤਾਂ ਉਹਨਾਂ ਦੇ ਵਿੱਚ ਜਿਹੜੇ ਜਵਾਨ ਹੁੰਦੇ ਆ, ਸੈਨਾ ਦੇ ਜਵਾਨ ਹੁੰਦੇ ਆ, ਉਹਨਾਂ ਦੀ ਜੋ ਕੰਡੀਸ਼ਨ ਹੈ ਉਸਨੂੰ ਬਿਆਨ ਕੀਤਾ ਹੈ ਕਿ ਉਹ ਕਿਸ ਤਰ੍ਹਾਂ ਸੋਚਦੇ ਆ ਇੱਕ ਦੂਜੇ ਦੇ ਪ੍ਰਤੀ। ਤਾਂ ਇਹ ਨਾ ਬਾਰਡਰ ਗਾਰਡਸ ਦੇ ਬਾਰੇ ਪੋਇਮ ਹੈ। ਤਾਂ ਆਪਾਂ ਪਹਿਲਾਂ ਬੇਟਾ ਪੋਇਮ ਸਟਾਰਟ ਕਰਦੇ ਹਾਂ, ਤੁਹਾਨੂੰ ਪਤਾ ਲੱਗੂਗਾ। ਹੁਣ ਇਹਦੇ ਵਿੱਚ ਨਾ ਇੱਕ ਦੇਸ਼ ਦੇ ਵਿੱਚ ਜਿਹੜਾ ਤੈਨਾਤ ਫੌਜੀ ਹੈ, ਆਰਮੀ ਪਰਸਨ ਹੈ, ਉਹ ਕਹਿ ਰਿਹਾ ਆਪਣੇ ਵਿਚਾਰ। ਤਾਂ ਉਹ ਕੀ ਕਹਿੰਦਾ ਹੈ? ਪਹਿਲਾ ਪੈਰਾ ਦੇਖੋ, ਕਹਿੰਦਾ ਔਨ ਦਾ ਅਦਰ ਸਾਈਡ। ਅਦਰ ਸਾਈਡ ਦਾ ਮਤਲਬ ਕੀ ਹੈ? ਦੂਜੇ ਪਾਸੇ। ਹੁਣ ਦੂਜੇ ਪਾਸੇ ਕੀ ਹੈ? ਸਪੋਜ਼ ਕਰੋ ਇੱਥੇ ਇੱਕ ਸਾਡੀ ਸਰਹੱਦ ਹੋਵੇ, ਆਹ ਹੋਵੇ ਮੰਨ ਲਓ ਸਰਹੱਦ, ਮੰਨ ਲਓ ਆਹ ਸਾਡਾ ਦੇਸ਼ ਹੋਵੇ ਇੰਡੀਆ, ਤੇ ਇੱਧਰ ਕੋਈ ਹੋਰ ਕੰਟਰੀ ਹੋਵੇ, ਕੋਈ ਵੀ ਕੰਟਰੀ ਹੋ ਸਕਦੀ ਹੈ, ਤਾਂ ਆਪਾਂ ਉਸ ਨੂੰ ਕੰਟਰੀ ਦਾ ਨਾਮ ਦਿੰਦੇ ਹਾਂ ਕਿਸੇ ਵੀ ਹੋਰ ਅਦਰ ਕੰਟਰੀ। ਹੁਣ ਸਾਡਾ ਇੰਡੀਆ ਇੱਧਰਲੇ ਪਾਸੇ ਹੈ, ਹੁਣ ਇੱਥੇ ਇੱਕ ਫੌਜੀ ਤੈਨਾਤ ਹੈ ਇਸ ਬਾਰਡਰ ਦੇ ਉੱਪਰ। ਤਾਂ ਉਹ ਕਹਿ ਰਿਹਾ, ਕਹਿੰਦਾ ਔਨ ਦਾ ਅਦਰ ਸਾਈਡ, ਕਿ ਦੂਜੇ ਪਾਸੇ ਆਫ ਦਾ
ਇੰਪ੍ਰੈਗਨੇਬਲ ਫੈਂਸ। ਹੁਣ ਫੈਂਸ ਦਾ ਮਤਲਬ ਹੁੰਦਾ ਬੇਟਾ ਦੀਵਾਰ, ਫੈਂਸ। ਇੰਪ੍ਰੈਗਨੇਬਲ, ਇੰਪ੍ਰੈਗਨੇਬਲ ਸ਼ਬਦ ਬੇਟਾ ਪ੍ਰੈਗਨੇਬਲ ਦਾ ਉਲਟਾ ਹੈ, ਆਈਐਮ ਲੱਗ ਜਾਂਦਾ, ਉਹਦਾ ਐਂਟੋਨਿਮ ਬਣ ਜਾਂਦਾ ਹੈ ਇੰਪ੍ਰੈਗਨੇਬਲ, ਜਿਸ ਨੂੰ ਕਿ ਅਸੀਂ ਪਾਰ ਨਾ ਕਰ ਸਕੀਏ, ਜਿਸ ਨੂੰ ਆਪਾਂ ਜਿੱਤ ਨਾ ਸਕੀਏ, ਜਿਸ ਨੂੰ ਪਾਰ ਕਰਕੇ ਆਪਾਂ ਦੂਜੇ ਪਾਸੇ ਨਾ ਜਾ ਸਕੀਏ। ਮੰਨ ਲਓ ਐਡੀ ਕੋਈ ਸਟਰੋਂਗ ਦੀਵਾਰ ਆਪਾਂ ਬਣਾ ਦਈਏ, ਮੰਨ ਲਓ ਦੋ ਗੁਆਂਢੀਆਂ ਨੇ ਆਪਣੇ ਘਰਾਂ ਦੇ ਵਿਚਕਾਰ ਇੱਕ ਅਜਿਹੀ ਦੀਵਾਰ ਬਣਾਤੀ, ਐਡੀ ਉੱਚੀ ਲੰਬੀ ਚੌੜੀ ਦੀਵਾਰ ਬਣਾਤੀ ਕਿ ਨਾ ਤਾਂ ਆਪਾਂ ਨੂੰ ਕੁਝ ਉਧਰ ਦਿਖਦਾ ਤੇ ਨਾ ਹੀ ਆਪਾਂ ਉਧਰ ਜਾ ਸਕੀਏ, ਕਿਉਂਕਿ ਉਹਨੂੰ ਪਾਰ ਕਰਨਾ ਹੀ ਬਹੁਤ ਔਖਾ ਹੈ, ਤਾਂ ਅਸੀਂ ਉਸ ਨੂੰ ਇੰਪ੍ਰੈਗਨੇਬਲ ਫੈਂਸ ਕਹਿੰਦੇ ਹਾਂ। ਅਜਿਹੀ ਮਜ਼ਬੂਤ ਦੀਵਾਰ ਜਿਸ ਨੂੰ ਪਾਰ ਨਹੀਂ ਕੀਤਾ ਜਾ ਸਕਦਾ। ਤੇ ਇੱਥੇ ਹੁਣ ਉਹ ਕੀ ਕਹਿਣਾ ਚਾਹੁੰਦਾ ਹੈ ਕਿ ਇੱਕ ਬਾਰਡਰ ਗਾਰਡ ਕਹਿ ਰਿਹਾ ਹੈ ਕਿ ਮੇਰੇ ਇਸ ਇੰਪ੍ਰੈਗਨੇਬਲ ਫੈਂਸ, ਆਹ ਵਾਲੀ ਫੈਂਸ ਨੂੰ ਕਹਿ ਰਿਹਾ ਉਹ ਕਿ ਇਸ ਇੰਪ੍ਰੈਗਨੇਬਲ ਫੈਂਸ ਦੇ ਦੂਜੇ ਪਾਸੇ ਐਨਮੈਸ਼ਡ ਵਿਦ ਵਾਰਲੋਡਸ ਗੋਰੀ। ਐਨਮੈਸ਼ ਦਾ ਮਤਲਬ ਹੁੰਦਾ ਬੇਟਾ ਐਨਟੈਂਗਲਡ। ਪਹਿਲਾਂ ਐਨਮੈਸ਼ ਸ਼ਬਦ ਨੂੰ ਸਮਝਣ ਤੋਂ ਪਹਿਲਾਂ ਮੈਸ਼ ਸ਼ਬਦ ਸਮਝੋ, ਮੈਸ਼ ਤੋਂ ਬਣਿਆ ਇਹ। ਮੈਸ਼ ਦਾ ਮਤਲਬ ਹੁੰਦਾ ਜਾਲ, ਮੈਸ਼ ਇੱਕ ਨਾਉਨ ਹੈ ਜਿਸ ਦਾ ਮਤਲਬ ਹੁੰਦਾ ਜਾਲ। ਜੇਕਰ ਆਪਾਂ ਉਹਦੇ ਅੱਗੇ ਐਨ ਪਾ ਦਈਏ ਤਾਂ ਇਹ ਵਰਬ ਬਣ ਜਾਂਦੀ ਹੈ ਐਨਮੈਸ਼। ਐਨਮੈਸ਼ਡ ਵਿਦ ਮਤਲਬ ਕਿ ਇੱਕ ਤਰ੍ਹਾਂ ਦਾ ਜਾਲ ਬੁਣ ਰੱਖਿਆ। ਜਾਲ ਕਾਹਦਾ ਬੁਣ ਰੱਖਿਆ? ਵਿਦ ਵਾਰਲੋਡਸ। ਤੁਸੀਂ ਲੈਂਡਲੋਡ ਸ਼ਬਦ ਤਾਂ ਸੁਣਿਆ ਹੋਣਾ, ਲੈਂਡਲੋਡ, ਲੈਂਡਲੋਡ ਕਹਿੰਦੇ ਆ ਜ਼ਮੀਂਦਾਰ ਨੂੰ, ਹੈ ਨਾ, ਲੇਕਿਨ ਇੱਥੇ ਲੈਂਡਲੋਡ ਨਹੀਂ ਹੈ, ਇੱਥੇ ਹੈ ਵਾਰਲੋਡ। ਵਾਰਲੋਡ ਕਿਹਨੂੰ ਕਹਿੰਦੇ ਨੇ ਜੀ? ਕਿ ਜਿਹੜੇ ਲੜਾਈ ਦੇ ਲੋਡ ਨੇ। ਲੋਡ ਦਾ ਮਤਲਬ ਹੁੰਦਾ ਵੈਸੇ ਤਾਂ ਜੋ ਵੀ ਬਹੁਤ ਹੀ ਅਮੀਰ ਬੰਦਾ ਜਿਸ ਦੇ ਕੋਲੇ ਬੜੀ ਜ਼ਮੀਨ ਜਾਇਦਾਦ ਹੁੰਦੀ ਹੈ ਉਹਨੂੰ ਕਹਿੰਦੇ ਨੇ। ਤਾਂ ਇੱਥੇ ਵਾਰਲੋਡ ਕਿਹਾ ਗਿਆ ਬੱਚਿਓ। ਜਾਂ ਤਾਂ ਤੁਸੀਂ ਕਹਿ ਦਿਓ ਕਿ ਮਿਲਟਰੀ ਕਮਾਂਡਰਸ ਨੂੰ। ਤੁਸੀਂ ਨਾਲ ਇਹ ਤੁਹਾਨੂੰ ਯਾਦ ਰੱਖਣੇ ਪੈਣਗੇ, ਬਿਕੋਜ਼ ਪੋਇਮ ਦੇ ਵਿੱਚ ਕਈ ਗੱਲਾਂ ਹੁੰਦੀਆਂ ਬੇਟਾ ਜੋ ਸਾਨੂੰ ਸਮਝਣੀਆਂ ਪੈਂਦੀਆਂ। ਤਾਂ ਵਾਰਲੋਡ ਦਾ ਮਤਲਬ ਇੱਥੇ ਮਿਲਟਰੀ ਕਮਾਂਡਰਸ ਜਾਂ ਪੋਲੀਟੀਸ਼ੀਅਨ ਹੈ। ਮੈਂ ਇੱਥੇ ਲਿਖ ਦੇਣਾ ਮਿਲਟਰੀ ਕਮਾਂਡਰਸ ਜਾਂ ਪੋਲੀਟੀਸ਼ੀਅਨਸ। ਪੋਲੀਟੀਸ਼ੀਅਨਸ ਤੁਹਾਨੂੰ ਪਤਾ ਬੇਟਾ ਜਿਹੜੇ ਸਾਡੇ ਨੇਤਾ ਲੋਕ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ, ਤੇ ਮਿਲਟਰੀ ਕਮਾਂਡਰ ਜਿਹੜੇ ਸੈਨਾ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ। ਗੌਰੀ ਸ਼ਬਦ ਆਇਆ, ਗੋਰੀ। ਗੌਰੀ ਸ਼ਬਦ ਬੇਟਾ ਗੌਰ ਤੋਂ ਬਣਿਆ, ਗੌਰ। ਗੌਰ ਦਾ ਮਤਲਬ ਹੁੰਦਾ ਹੈ ਬਲੱਡ, ਇਟਸ ਅ ਨਾਉਨ ਗੌਰ। ਲੇਕਿਨ ਜੇ ਆਪਾਂ ਗੌਰ ਦੀ ਈ ਕੱਟ ਕੇ ਵਾਏ ਕਰ ਦਈਏ ਤਾਂ ਇਹ ਐਡਜੈਕਟਿਵ ਬਣ ਜਾਂਦਾ ਹੈ। ਇਹਦਾ ਮਤਲਬ ਬਣ ਜਾਂਦਾ ਹੈ ਬਲੱਡੀ। ਬਲੱਡ ਦਾ ਮਤਲਬ ਖੂਨ, ਬਲੱਡੀ ਦਾ ਮਤਲਬ ਖੂਨੀ, ਤਾਂ ਇਹ ਵਿਸ਼ੇਸ਼ਣ ਬਣ ਗਿਆ। ਜਾਂ ਇਹਨੂੰ ਆਪਾਂ ਵਾਇਲੈਂਟ ਵੀ ਕਹਿ ਸਕਦੇ ਹਾਂ। ਕਿ ਹੁਣ ਇਹ ਪੂਰੀ ਲਾਈਨ ਦਾ ਮਤਲਬ ਕੀ ਹੋਇਆ? ਕਿ ਜਿਹੜੀ ਇਹ ਦੀਵਾਰ ਬਣਾਈ ਹੋਈ ਹੈ ਇੰਪ੍ਰੈਗਨੇਬਲ ਫੈਂਸ, ਇਹ ਨਾਲ ਹੀ ਇਹਦੇ ਜੁੜਦੀ ਹੈ ਲਾਈਨ ਐਨਮੈਸ਼ਡ ਵਿਦ ਵਾਰਲੋਡਸ ਗੋਰੀ। ਕਿ ਜਿਹੜੀ ਦੀਵਾਰ ਐਡੀ ਉੱਚੀ ਖੜੀ ਕਰਤੀ। ਹੁਣ ਇਹ ਦੀਵਾਰ ਨੂੰ ਤੁਸੀਂ ਇੱਕ ਫਿਜ਼ੀਕਲ ਸਮਝ ਲਓ, ਜਿਵੇਂ ਇੱਕ ਦੀਵਾਰ ਹੁੰਦੀ ਹੈ ਜੋ ਆਪਾਂ ਦੋ ਘਰਾਂ ਦੇ ਵਿਚਕਾਰ ਖੜੀ ਕਰ ਦਿੰਦੇ ਹਾਂ। ਲੇਕਿਨ ਇੱਥੇ ਕਵੀ ਕਹਿਣਾ ਕੀ ਚਾਹੁੰਦਾ ਹੈ ਕਿ ਇਹ ਦੀਵਾਰ ਕਾਹਦੀ ਖੜੀ ਹੋਈ ਹੈ? ਖੂਨ ਨਾਲ ਭਰੀ ਹੋਈ, ਜਿਹੜੀ ਵਾਇਲੈਂਟ। ਵਾਇਲੈਂਟ ਦਾ ਮਤਲਬ ਕਿ ਬਹੁਤ ਹੀ ਜ਼ਿਆਦਾ ਖੂਨ ਖਰਾਬਾ ਹੋਇਆ ਦੋਨਾਂ ਦੇਸ਼ਾਂ ਦੇ ਵਿਚਕਾਰ, ਵੀ ਉਹ ਖੂਨ ਖਰਾਬੇ ਵਾਲੀ ਦੀਵਾਰ ਖੜੀ ਹੋ ਗਈ। ਐਨਮੈਸ਼ ਦਾ ਮਤਲਬ ਐਨਟੈਂਗਲਡ। ਐਨਟੈਂਗਲ ਮਤਲਬ ਉਹਦਾ ਜਾਲ ਬੁਣ ਗਿਆ, ਕਿ ਖੂਨ ਨਾਲ ਸਨੀ ਹੋਈ ਦੀਵਾਰ ਦਾ ਜਾਲ ਬੁਣਿਆ ਹੋਇਆ ਹੈ ਦੋਨਾਂ ਦੇਸ਼ਾਂ ਦੇ ਵਿਚਕਾਰ। ਤੇ ਇਹ ਕਿਹਨਾਂ ਨੇ ਬਣਾਈ ਹੈ? ਦੇਖੋ ਵਾਰਲੋਡਸ, ਇਹਨਾਂ ਨੇ। ਵਾਰਲੋਡਸ ਇੱਥੇ ਐਪੋਸਟ੍ਰੋਫੀ ਐਸ ਪਈ ਹੈ ਨਾ, ਇਹਦਾ ਮਤਲਬ ਕੀ ਹੁੰਦਾ? ਦਾਦੇ ਦੀ, ਮੈਂ ਤੁਹਾਨੂੰ ਦੱਸਿਆ ਨਾ। ਤਾਂ ਇਹਨਾਂ ਦੀ ਦੀਵਾਰ ਹੈ ਜੀ ਇਹ, ਮਿਲਟਰੀ ਕਮਾਂਡਰ ਔਰ ਪੋਲੀਟੀਸ਼ੀਅਨ ਦੀ ਖੂਨ ਨਾਲ ਭਰੀ ਹੋਈ ਦੀਵਾਰ ਖੜੀ ਹੋਈ ਹੈ ਦੋ ਦੇਸ਼ਾਂ ਦੇ ਵਿਚਕਾਰ ਦੂਜੇ ਪਾਸੇ। ਹੁਣ ਇਹ ਗੱਲ ਕੌਣ ਕਹਿ ਰਿਹਾ ਹੈ? ਇੱਕ ਬਾਰਡਰ ਗਾਰਡ ਕਹਿ ਰਿਹਾ ਹੈ ਜੋ ਸਾਡੇ ਭਾਰਤ ਵਾਲੇ ਪਾਸੇ ਹੈ। ਆਪਾਂ ਇਹ ਸਮਝ ਸਕਦੇ ਹਾਂ। ਅੱਛਾ, ਉਸ ਦੀਵਾਰ ਦੇ ਆਲੇ ਦੁਆਲੇ ਹੁੰਦਾ ਕੀ ਹੈ? ਥ੍ਰੈਟਸ ਐਂਡ ਕਾਊਂਟਰ ਥ੍ਰੈਟਸ। ਥ੍ਰੈਟਸ ਦਾ ਮਤਲਬ ਹੁੰਦਾ ਬੇਟਾ ਧਮਕੀਆਂ, ਧਮਕੀਆਂ ਨੂੰ ਕਿਹਾ ਜਾਂਦਾ ਹੈ। ਤੇ ਕਾਊਂਟਰ ਥ੍ਰੈਟ ਦਾ ਮਤਲਬ ਬਦਲੇ ਵਿੱਚ ਜਿਹੜੀਆਂ ਧਮਕੀਆਂ ਸਾਨੂੰ ਮਿਲਦੀਆਂ ਨੇ। ਹੁਣ ਸਪੋਜ਼ ਕਰੋ ਇੱਕ ਦੇਸ਼ ਦੂਜੇ ਦੇਸ਼ ਨੂੰ ਧਮਕੀਆਂ ਦਿੰਦਾ ਕਿ ਅਸੀਂ ਤਰ੍ਹਾਂ ਐ ਕਰ ਦਾਂਗੇ, ਉਹ ਕਰ ਦਾਂਗੇ। ਤਾਂ ਹੁਣ ਉਹ ਦੂਜਾ ਦੇਸ਼ ਥੋੜੀ ਚੁੱਪ ਕਰਕੇ ਬੈਠੂਗਾ, ਉਹਦੇ ਕੋਲੇ ਵੀ ਹਥਿਆਰ ਨੇ, ਉਹਦੇ ਕੋਲੇ ਵੀ ਪੈਸਾ ਹੈ। ਤਾਂ ਫਿਰ ਉਹ ਵੀ ਬਦਲੇ 'ਚ ਧਮਕੀਆਂ ਦਿੰਦਾ ਕਿ ਹਾਂ ਜੇ ਤੂੰ ਸਾਡੇ ਨਾਲ ਐਂ ਕਰੇਗਾ ਤਾਂ ਅਸੀਂ ਵੀ ਐਂ ਕਰਾਂਗੇ। ਬਹੁਤੀ ਦੂਰ ਨਾ ਜਾਓ ਬੇਟਾ, ਆਪਣੇ ਅੱਜ ਕੱਲ੍ਹ ਲੜਾਈ ਚੱਲ ਰਹੀ ਹੈ ਯੂਕਰੇਨ ਤੇ ਰਸ਼ੀਆ ਦੀ। ਰਸ਼ੀਆ ਤੇ ਯੂਕਰੇਨ ਗੁਆਂਢੀ ਦੇਸ਼ ਹੈ ਜੇ ਤੁਸੀਂ ਦੇਖੋ ਤਾਂ। ਉੱਥੇ ਹੁਣ ਚਾਹੇ ਕਿਹਾ ਗਿਆ ਕਿ ਯੂਕਰੇਨ ਛੋਟਾ ਜਿਹਾ ਦੇਸ਼ ਹੈ, ਲੇਕਿਨ ਉਹ ਵੀ ਪੂਰੀ ਲੜਾਈ ਨਾਲ ਲੜ ਰਿਹਾ ਹੈ। ਰਸ਼ੀਆ ਦਾ
ਆਪਣੇ ਵੱਲੋਂ ਪੂਰਾ ਜਵਾਬ ਦੇ ਰਿਹਾ ਹੈ। ਤਾਂ ਉਹੀ ਗੱਲ ਇਹ ਹੋ ਗਈਆਂ ਥ੍ਰੈਟਸ ਐਂਡ ਕਾਊਂਟਰ ਥ੍ਰੈਟਸ। ਤੇ ਧਮਕੀਆਂ ਜੇ ਕੋਈ ਇੱਕ ਦੇਸ਼ ਦਿੰਦਾ ਤਾਂ ਉਸ ਨੂੰ ਬਦਲੇ 'ਚ ਦੂਜੇ ਦੇਸ਼ ਦੀਆਂ ਵੀ ਧਮਕੀਆਂ ਮਿਲਦੀਆਂ ਨੇ, ਤਾਂ ਕਾਊਂਟਰ ਥ੍ਰੈਟ ਦਾ ਮਤਲਬ ਬਦਲੇ ਵਿੱਚ ਵੀ ਧਮਕੀਆਂ ਮਿਲ ਰਹੀਆਂ ਨੇ। ਇਹ ਸਾਡਾ ਪਹਿਲਾ ਪੈਰਾ ਹੋ ਗਿਆ 4 ਲਾਈਨਾਂ। ਇਸ ਪਹਿਲੇ ਸਟੈਂਜ਼ੇ ਦੇ ਵਿੱਚ ਕੀ ਕਿਹਾ ਗਿਆ? ਇਸ ਸਟੈਂਜ਼ੇ ਦੇ ਵਿੱਚ ਇਹ ਦੱਸਿਆ ਹੋਇਆ ਹੈ ਕਿ ਦੋ ਦੇਸ਼ ਨੇ, ਦੋਨਾਂ ਦੇਸ਼ਾਂ ਦੇ ਵਿਚਕਾਰ ਬਹੁਤ ਹੀ ਬਲੱਡੀ ਹਿਸਟਰੀ ਹੈ, ਬਹੁਤ ਜ਼ਿਆਦਾ ਖੂਨ ਖਰਾਬਾ ਹੋਇਆ ਹੈ, ਤੇ ਉੱਥੇ ਦੇ ਨੇਤਾਵਾਂ ਨੇ ਜਾਂ ਮਿਲਟਰੀ ਦੇ ਆਰਮੀ ਦੇ ਪਰਸਨਸ ਨੇ, ਆਰਮੀ ਦੇ ਕਮਾਂਡਰਾਂ ਨੇ ਇਹੋ ਜਿਹਾ ਇੱਕ ਮਾਹੌਲ ਕ੍ਰੀਏਟ ਕਰਤਾ ਦੇਸ਼ਾਂ ਦੇ ਵਿਚਕਾਰ ਕਿ ਹੁਣ ਉਹਨਾਂ ਦੇ ਵਿਚਕਾਰ ਦੋਸਤੀ ਨਹੀਂ ਹੋ ਸਕਦੀ। ਉਹ ਦੀਵਾਰ ਐਡੀ ਵੱਡੀ ਹੋ ਗਈ, ਦੀਵਾਰ ਐਡੀ ਵੱਡੀ ਉੱਚੀ ਹੋ ਗਈ ਕਿ ਉਸ ਨੂੰ ਪਾਰ ਪਾਣਾ ਹੀ ਬਹੁਤ ਔਖਾ ਹੈ। ਜੇ ਕੋਈ ਸਪੋਜ਼ ਕਰੋ ਆਲੇ ਦੁਆਲੇ ਦੇ ਲੋਕ ਕੋਸ਼ਿਸ਼ ਵੀ ਕਰਦੇ ਨੇ ਉਸ ਦੀਵਾਰ ਨੂੰ ਤੋੜਨ ਦੀ ਜਾਂ ਇੱਕ ਦੂਜੇ ਵੱਲ ਆਣ ਜਾਣ ਦੀ ਕੋਸ਼ਿਸ਼ ਕਰਦੇ ਨੇ, ਉਹ ਨਹੀਂ ਆ ਜਾ ਸਕਦੇ। ਇੰਪ੍ਰੈਗਨੇਬਲ ਹੋ ਗਈ ਦੀਵਾਰ, ਉਹ ਇੰਪ੍ਰੈਗਨੇਬਲ ਫੈਂਸ ਹੋ ਗਈ। ਉਹ ਇੰਨਾ ਜ਼ਿਆਦਾ ਖੂਨ ਖਰਾਬਾ ਹੋ ਚੁੱਕਿਆ ਦੋਨੇ ਦੇਸ਼ਾਂ ਦੇ ਵਿਚਕਾਰ ਕਿ ਹੁਣ ਉਹਨਾਂ 'ਚ ਦੋਸਤੀ ਨਹੀਂ ਹੋ ਸਕਦੀ। ਤਾਂ ਇਹ ਸਾਡਾ ਹੋਇਆ ਜੀ ਪਹਿਲਾ ਸਟੈਂਜ਼ਾ। ਤੇ ਹੁਣ ਹੋ ਕੀ ਰਿਹਾ ਹੈ? ਹੁਣ ਧਮਕੀਆਂ ਦੋਨੇ ਪਾਸੇ ਤੋਂ ਆਦਾਨ ਪ੍ਰਦਾਨ ਹੋ ਰਹੀਆਂ। ਜੇ ਇੱਕ ਇਧਰੋਂ ਧਮਕੀ ਆਉਂਦੀ ਹੈ ਤਾਂ ਦੋ ਉਧਰੋਂ ਆਉਂਦੀਆਂ, ਫਿਰ ਚਾਰ ਉਧਰੋਂ ਆਉਂਦੀਆਂ। ਤਾਂ ਇਸ ਤਰੀਕੇ ਦਾ ਮਾਹੌਲ ਬਣਿਆ ਹੋਇਆ। ਅੱਗੇ ਚੱਲਦੇ ਹਾਂ ਜੀ। ਵਿੰਪਰਸ ਮਾਈ ਕਾਊਂਟਰਪਾਰਟ। ਵਿੰਪਰਸ ਦਾ ਮਤਲਬ ਕੀ ਹੁੰਦਾ ਬੇਟਾ? ਜਦੋਂ ਇੱਕ ਤਾਂ ਹੁੰਦਾ ਨਾ ਵੀਪ ਹੈ ਨਾ, ਜਾਂ ਕਰਾਏ, ਉਹਨੂੰ ਆਪਾਂ ਰੋਣਾ ਕਹਿੰਦੇ ਆ। ਲੇਕਿਨ ਸਪੋਜ਼ ਕਰੋ ਬਹੁਤ ਹੀ ਕੋਈ ਇਨਸਾਨ ਹਲਕਾ ਜਿਹਾ ਰੋਵੇ, ਬਹੁਤ ਹੀ ਹੌਲੀ ਜੇ ਸੌਫਟ ਜਿਹਾ ਹੋ ਕੇ ਰੋਵੇ, ਤਾਂ ਆਪਾਂ ਨੂੰ ਵਿੰਪਰ ਕਹਿੰਦੇ ਆ। ਤਾਂ ਇਹਦਾ ਇੰਗਲਿਸ਼ ਮਤਲਬ ਹੁੰਦਾ ਜੀ ਕਰਾਏ ਸੌਫਟਲੀ, ਹੌਲੀ ਹੌਲੀ ਰੋਣ ਨੂੰ ਆਪਾਂ ਵਿੰਪਰ ਕਹਿੰਦੇ ਆ। ਮਾਈ ਕਾਊਂਟਰਪਾਰਟ, ਕਾਊਂਟਰਪਾਰਟ ਦਾ ਮਤਲਬ ਹੁੰਦਾ ਹੈ ਹਮਰੁਤਬਾ। ਹਮਰੁਤਬਾ ਕਿਹਨੂੰ ਕਹੋਗੇ? ਹੁਣ ਸਪੋਜ਼ ਕਰੋ ਇੱਕ ਦੇਸ਼ ਦਾ ਪੀਐਮ ਕਿਸੇ ਦੂਸਰੇ ਦੇਸ਼ 'ਚ ਜਾਂਦਾ ਹੈ, ਉਧਰੋਂ ਉਸ ਦੇਸ਼ ਦਾ ਪੀਐਮ ਪ੍ਰਾਈਮ ਮਿਨਿਸਟਰ ਉਹਨੂੰ ਆ ਕੇ ਮਿਲਦਾ ਹੈ, ਤਾਂ ਦੋਨੇ ਹਮਰੁਤਬਾ ਹੋ ਗਏ, ਕਿਉਂਕਿ ਉਹ ਵੀ ਪ੍ਰਾਈਮ ਮਿਨਿਸਟਰ ਹੈ, ਉਹ ਵੀ ਪ੍ਰਾਈਮ ਮਿਨਿਸਟਰ ਹੈ ਨਾ। ਇਸੇ ਤਰ੍ਹਾਂ ਸਪੋਜ਼ ਕਰੋ ਕੋਈ ਮੰਤਰੀ ਜਾਂਦਾ ਹੈ, ਮੰਨ ਲਓ ਕੋਈ ਸਿੱਖਿਆ ਮੰਤਰੀ ਜਾਂਦਾ ਹੈ ਸਾਡੇ ਦੇਸ਼ ਦਾ, ਉਧਰੋਂ ਦੀ ਦੂਸਰੇ ਦੇਸ਼ ਦਾ ਸਿੱਖਿਆ ਮੰਤਰੀ ਉਹਨੂੰ ਮਿਲਦਾ, ਤਾਂ ਦੋਨੇ ਕਾਊਂਟਰ ਪਾਰਟ ਹੋ ਗਏ, ਕਿਉਂਕਿ ਦੋਨੇ ਹਮਰੁਤਬਾ ਨੇ। ਇੱਥੇ ਕਾਊਂਟਰ ਪਾਰਟ ਦਾ ਮਤਲਬ ਹਮਰੁਤਬਾ ਹੈ। ਹੁਣ ਇਸ ਪੋਇਮ ਦੇ ਵਿੱਚ ਹਮਰੁਤਬਾ ਕੌਣ ਹੈ? ਬਾਰਡਰ ਗਾਰਡ। ਹੁਣ ਜਿਹੜਾ ਆਹ ਪਰਸਨ ਬੈਠਾ ਹੈ ਇੰਡੀਆ ਵਾਲੇ ਪਾਸੇ, ਇਹਦਾ ਹਮਰੁਤਬਾ ਕੌਣ ਹੈ? ਜਿਹੜਾ ਦੂਜੇ ਪਾਸੇ ਪਰਸਨ ਬੈਠਾ ਹੈ ਆਹ ਵਾਲਾ ਬਾਰਡਰ ਗਾਰਡ। ਦੋਨੇ ਬਾਰਡਰ ਗਾਰਡ ਹੈ, ਕਿਉਂਕਿ ਇਹ ਵੀ ਆਪਣੇ ਸਰਹੱਦ ਦੀ ਰਖਵਾਲੀ ਕਰ ਰਿਹਾ ਹੈ, ਇਹ ਵੀ ਆਪਣੇ ਸਰਹੱਦ ਦੀ ਰਖਵਾਲੀ ਕਰ ਰਿਹਾ ਹੈ। ਤਾਂ ਦੋਨੇ ਇੱਕ ਦੂਜੇ ਦੇ ਕਾਊਂਟਰ ਪਾਰਟ ਹੋ ਗਏ, ਹਮਰੁਤਬਾ ਹੋ ਗਏ। ਤਾਂ ਇੱਥੇ ਹੁਣ ਆਹ ਵਾਲਾ ਪਰਸਨ, ਇੰਡੀਆ ਵਾਲਾ ਪਰਸਨ ਕੀ ਕਹਿ ਰਿਹਾ ਹੈ? ਕਹਿੰਦਾ ਮੇਰਾ ਹਮਰੁਤਬਾ ਅੱਜ ਰੋ ਰਿਹਾ ਹੈ। ਵਿੰਪਰਸ ਮਾਈ ਕਾਊਂਟਰ ਪਾਰਟ, ਮੈਨੂੰ ਅੱਜ ਉਸਦੇ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਹਲਕਾ ਹਲਕਾ ਜਿਹਾ ਰੋ ਰਿਹਾ ਹੈ। ਇਹ ਕਹਿ ਰਿਹਾ ਕਿਉਂ? ਓਵਰ ਅ ਲੈਟਰ ਫਰੋਮ ਹੋਮ। ਕਹਿੰਦੇ ਇਸ ਪਰਸਨ ਨੂੰ, ਜਿਹੜਾ ਦੂਜੇ ਪਾਸੇ ਮੇਰਾ ਕਾਊਂਟਰ ਪਾਰਟ ਬੈਠਾ ਹੈ, ਬਾਰਡਰ ਗਾਰਡ ਬੈਠਾ, ਜੋ ਆਪਣੇ ਦੇਸ਼ ਦੀ ਰਖਵਾਲੀ ਕਰ ਰਿਹਾ ਹੈ, ਸ਼ਾਇਦ ਉਸ ਨੂੰ ਕੋਈ ਲੈਟਰ ਆਇਆ ਹੈ। ਓਵਰ ਅ ਲੈਟਰ ਫਰੋਮ ਹੋਮ, ਉਸਦੇ ਘਰੋਂ ਕੋਈ ਲੈਟਰ ਆਇਆ ਹੈ। ਗਾਣਾ ਨਾ ਸੰਦੇਸੇ ਆਤੇ ਹੈ, ਤਾਂ ਉਹ ਵਾਲੀ ਗੱਲ ਹੈ, ਕੋਈ ਸੰਦੇਸ਼ਾ ਆਇਆ ਉਸ ਬੰਦੇ ਨੂੰ, ਕਿੱਥੋਂ? ਘਰੋਂ ਆਇਆ ਹੈ। ਹੁਣ ਦੇਖੋ ਅਗਲੀ ਲਾਈਨ ਦੇ ਵਿੱਚ ਬ੍ਰੈਕਟ ਦੇ ਵਿੱਚ ਲਾਈਨ ਹੈ, ਧਿਆਨ ਨਾਲ ਦੇਖੋ, ਬਾਕੀ ਕਿਸੇ ਲਾਈਨ ਦੇ ਆਲੇ ਦੁਆਲੇ ਬ੍ਰੈਕਟ ਨਹੀਂ ਹੈ। ਇਹਦਾ ਮਤਲਬ ਹੁਣ ਆਹ ਵਾਲਾ ਪਰਸਨ ਜੋ ਇੰਡੀਆ ਵਾਲੇ ਪਾਸੇ ਜਿਹੜਾ ਬੈਠਾ ਹੈ, ਬਾਰਡਰ ਗਾਰਡ ਬੈਠਾ ਹੈ, ਉਹ ਸ਼ਾਇਦ ਅੰਦਾਜ਼ਾ ਲਾ ਰਿਹਾ ਹੈ ਕਿ ਉਹ ਲੈਟਰ 'ਚ ਕੀ ਲਿਖਿਆ ਹੋਊਗਾ। ਕਹਿੰਦੇ ਸ਼ਾਇਦ ਹਿਜ਼ ਵਾਈਫਸ ਇਲਨੈਸ। ਦੇਖੋ ਕੁਐਸਚਨ ਮਾਰਕ ਪਾਇਆ, ਕਿਉਂਕਿ ਉਹ ਸ਼ੋਰ ਨਹੀਂ ਹੈ, ਕੁਐਸਚਨ ਮਾਰਕ ਹੈ, ਉਹ ਇੱਕ ਗੈਸ ਕਰ ਰਿਹਾ ਹੈ। ਕਹਿੰਦਾ ਸ਼ਾਇਦ ਉਸ ਦੀ ਪਤਨੀ ਬਿਮਾਰ ਹੈ, ਉਹਦੇ ਬਾਰੇ ਖਤ ਆਇਆ ਉਸ ਨੂੰ, ਤਾਂ ਹੀ ਰੋ ਰਿਹਾ ਉਹ। ਜਾਂ ਫਿਰ ਹਿਜ਼ ਸਨਸ ਡੈਥ, ਕਿ ਉਸਦੇ ਪੁੱਤਰ ਦੀ ਡੈਥ ਹੋ ਗਈ, ਸ਼ਾਇਦ ਤਾਂ ਰੋ ਰਿਹਾ ਹੈ, ਤਾਂ ਵੀ ਕੁਐਸਚਨ ਮਾਰਕ ਹੈ। ਮਤਲਬ ਕਿ ਉਹ ਸ਼ੋਰ ਨਹੀਂ ਹੈ, ਉਹ ਇੱਕ ਤਰ੍ਹਾਂ ਦਾ ਗੈਸ ਕਰ ਰਿਹਾ ਹੈ ਕਿ ਮੇਰਾ ਅੱਜ ਕਾਊਂਟਰ ਪਾਰਟ ਰੋ ਰਿਹਾ ਹੈ, ਮੇਰਾ ਹਮਰੁਤਬਾ ਦੂਜੇ ਪਾਸੇ ਵਾਲਾ ਰੋ ਰਿਹਾ ਹੈ, ਉਹਨੂੰ ਕੋਈ ਖਤ ਆਇਆ ਉਹਦੇ ਘਰੋਂ, ਸ਼ਾਇਦ ਖਤ ਦੇ ਵਿੱਚ ਇਹ ਖਬਰ ਆਈ ਹੈ ਕਿ ਉਸਦੀ ਪਤਨੀ ਬੜੀ ਬਿਮਾਰ ਹੈ, ਜਾਂ ਸ਼ਾਇਦ ਖਬਰ ਇਹ ਆਈ ਹੈ ਕਿ ਉਸਦੇ ਸਨ ਦੀ ਡੈਥ ਹੋ ਗਈ, ਉਸਦੇ ਪੁੱਤਰ ਦੀ ਡੈਥ ਹੋ ਗਈ, ਤਾਂ ਹੀ ਰੋ ਰਿਹਾ ਹੈ। ਕੋਈ ਵੱਡੀ ਗੱਲ ਹੈ ਨਾ, ਤਾਂ ਹੀ ਰੋ ਰਿਹਾ। ਅਦਰਵਾਈਜ਼ ਫੌਜੀ ਤਾਂ ਜਲਦੀ ਜਲਦੀ ਰੋਂਦੇ ਨਹੀਂ ਹੁੰਦੇ, ਫੌਜੀ ਤਾਂ ਬੜੇ ਇਮੋਸ਼ਨਸ ਤੇ ਆਪਣੇ ਕੰਟਰੋਲ ਰੱਖਦੇ ਨੇ, ਬੜੇ ਪੱਕੇ ਹੁੰਦੇ ਨੇ। ਅੱਜ ਉਹ ਰੋ ਰਹੇ ਹੈ, ਦੈਟ ਮੀਨਸ ਕੋਈ ਵੱਡੀ ਗੱਲ ਹੋਈ ਹੈ, ਘਰੋਂ ਚਿੱਠੀ ਆਈ ਹੈ ਤੇ ਸ਼ਾਇਦ ਏਦਾਂ ਦੀ ਖਬਰ ਆਈ ਹੈ। ਲੇਕਿਨ ਇੱਥੇ ਉਹ ਸਿਰਫ ਗੈਸ ਕਰ ਰਿਹਾ ਹੈ। ਜੇ ਉਹ ਗੈਸ ਨਾ ਕਰਦਾ ਹੁੰਦਾ ਤਾਂ ਇੱਕ ਤਾਂ ਉਹ ਕੁਐਸਚਨ ਨਾ ਪਾਉਂਦਾ, ਨੰਬਰ 2 ਤੇ ਆ ਬ੍ਰੈਕਟ ਨਾ ਪਾਉਂਦਾ। ਤਾਂ ਇੱਥੇ ਬ੍ਰੈਕਟ ਤੇ ਕੁਐਸਚਨ ਦਾ ਮਤਲਬ ਹੈ ਕਿ ਗੈਸ ਵਰਕ ਹੈ। ਹਿਜ਼ recoilless gun sitting negligently। ਹੁਣ ਕਹਿੰਦੇ ਹਿਜ਼ ਦਾ ਮਤਲਬ ਉਹੀ ਉਹਦਾ ਕਾਊਂਟਰ ਪਾਰਟ ਦੂਜੇ ਪਾਸੇ ਵਾਲਾ। ਕਹਿੰਦੇ ਉਹਦੀ ਜਿਹੜੀ ਗਨ ਹੈ ਨਾ, ਉਹ recoilless gun ਇੱਕ ਤਰ੍ਹਾਂ ਦੀ ਗਨ ਹੁੰਦੀ ਹੈ, ਇਹਨੂੰ ਆਪਾਂ ਆਰਸੀ ਵੀ ਗਨ ਕਹਿ ਦਿੰਦੇ ਹਾਂ, ਆਰਸੀ ਗਨ ਕਹਿ ਦਿੰਦੇ ਹਾਂ। ਸ਼ਾਇਦ ਮੈਂ ਤੁਹਾਨੂੰ +1 ਚੈਪਟਰ ਇੱਕ ਪੜ੍ਹਾਇਆ ਸੀਗਾ,
ਲੈਟਸ ਨਾਟ ਫੋਰਗੇਟ ਦਾ ਮਾਰਟਰਸ। ਤਾਂ ਉਹਦੇ ਵਿੱਚ ਮੈਂ ਰੀਕੁਐਲਸ ਗਨ ਬਾਰੇ ਕਾਫੀ ਡਿਟੇਲ ਚ ਦੱਸਿਆ ਸੀ ਤੁਹਾਨੂੰ। ਰੀਕੁਐਲਸ ਗਨ ਬਸ ਮੈਂ ਦੁਬਾਰਾ ਦੱਸ ਦਿੰਦਾ ਕਿ ਇੱਕ ਗਨ ਹੁੰਦੀ ਹੈ ਜੋ ਪਿੱਛੇ ਨੂੰ ਵੀ ਜਦੋਂ ਜਦੋਂ ਬੁਲਟ ਜਾਂਦਾ ਹੈ ਅੱਗੇ ਤਾਂ ਥੋੜੀ ਜਿਹੀ ਪਿੱਛੇ ਨੂੰ ਵੀ ਜਾਂਦੀ ਹੈ, ਤਾਂ ਸਾਨੂੰ ਮੋਢੇ ਤੇ ਰੱਖ ਕੇ ਚਲਾਣੀ ਪੈਂਦੀ ਹੈ ਤੇ ਮੋਢੇ ਦਾ ਵੀ ਧਿਆਨ ਰੱਖਣਾ ਪੈਂਦਾ ਹੈ, ਕਿਉਂਕਿ ਜੇ ਮੋਢੇ ਦਾ ਧਿਆਨ ਨਾ ਰੱਖੀਏ ਅਣਜਾਣ ਜਿਹੜੇ ਅਨਾੜੀ ਬੰਦੇ ਹੁੰਦੇ ਨੇ ਆਪਣਾ ਮੋਢਾ ਉਤਰਵਾ ਲੈਂਦੇ ਨੇ ਉਸ ਗਨ ਦੇ ਨਾਲ, ਕਿਉਂਕਿ ਪਿੱਛੇ ਨੂੰ ਵੀ ਇਹ ਥੋੜੀ ਜਿਹੀ ਜਾਂਦੀ ਹੈ ਜਦੋਂ ਬੁਲਟ ਫਾਇਰ ਹੁੰਦਾ, ਤਾਂ ਉਹਨੂੰ ਆਪਾਂ ਰੀਕੁਐਲਸ ਗਨ ਕਹਿੰਦੇ ਹਾਂ। ਤਾਂ ਹੁਣ ਉਹ ਜਿਹੜਾ ਮੇਰਾ ਕਾਊਂਟਰ ਪਾਰਟ ਹੈ, ਕਿਉਂਕਿ ਉਹ ਵੀ ਰੀਕੁਐਲਸ ਗਨ ਯੂਜ਼ ਕਰਦਾ, ਉਹਦੇ ਹੱਥ 'ਚ ਵੀ ਰੀਕੁਐਲਸ ਗਨ ਹੁੰਦੀ ਹੈ, ਲੇਕਿਨ ਅੱਜ ਉਹ ਗਨ ਉਹਦੇ ਹੱਥ 'ਚ ਨਹੀਂ ਹੈ, ਕਿੱਥੇ ਹੈ? ਸਿਟਿੰਗ ਨੈਗਲੀਜੈਂਟਲੀ, ਕਹਿੰਦੇ ਇੱਕ ਕੇਅਰਲੈਸਲੀ। ਨੋ, ਨੈਗਲੀਜੈਂਟਲੀ ਦਾ ਮਤਲਬ ਹੁੰਦਾ ਬੇਟਾ ਕੇਅਰਲੈਸਲੀ, ਜਦੋਂ ਆਪਾਂ ਪਰਵਾਹ ਨਹੀਂ ਕਰਦੇ। ਕਈ ਵਾਰੀ ਮੈਂ ਵੀ ਤੁਹਾਨੂੰ ਕਹਿ ਦਿੰਦਾ ਹੁੰਦਾ ਨਾ ਕਲਾਸ 'ਚ ਵੀ ਨੈਗਲੀਜੈਂਟ ਨਾ ਬਣੋ, ਕੇਅਰਲੈਸ ਨਾ ਬਣੋ ਪੜ੍ਹਾਈ ਦੇ ਮਾਮਲੇ 'ਚ। ਤਾਂ ਨੈਗਲੀਜੈਂਟ ਦਾ ਮਤਲਬ ਹੁੰਦਾ ਜਦੋਂ ਆਪਾਂ ਪਰਵਾਹ ਹੀ ਨਹੀਂ ਕਰਦੇ। ਤਾਂ ਸਿਟਿੰਗ, ਉਹ ਬੈਠਾ, ਉਸਦੀ ਗਨ ਵੀ ਖਾਮੋਸ਼ ਹੈ ਅੱਜ, ਤੇ ਕਿੱਥੇ ਪਈ ਹੈ? ਬਿਟਵੀਨ ਹਿਜ਼ ਨੀਜ਼, ਉਹਨੇ ਆਪਣੇ ਗੋਡਿਆਂ ਦੇ ਵਿਚਕਾਰ ਰੱਖੀ ਹੋਈ ਹੈ। ਜਿਵੇਂ ਆਪਾਂ ਜੇ ਸਪੋਜ਼ ਕਰੋ ਆਪਣੇ ਹੱਥ ਥੱਕ ਜਾਣ ਕਿਸੇ ਚੀਜ਼ ਨਾਲ, ਕਈ ਵਾਰੀ ਆਪਾਂ ਬੈਠ ਕੇ ਗੋਡਿਆਂ ਦੇ ਵਿਚਕਾਰ ਉਹ ਚੀਜ਼ ਪਕੜ ਲੈਂਦੇ, ਤਾਂ ਉਹ ਆਪਣੇ ਉਹਨੇ ਗੋਡਿਆਂ ਦੇ ਵਿਚਕਾਰ ਉਹ ਗਨ ਰੱਖੀ ਹੋਈ। ਆਮ ਤੌਰ ਤੇ ਕੀ ਹੁੰਦੀ ਹੈ, ਉਹ ਪੂਰਾ ਪੋਸਚਰ ਬਣਾ ਕੇ ਖੜਾ ਹੁੰਦਾ ਵੀ ਕੋਈ ਬਾਰਡਰ ਗਾਰਡ ਹੈ, ਉਹ ਸਰਹੱਦ ਦੀ ਰਖਵਾਲੀ ਕਰ ਰਿਹਾ, ਤਾਂ ਆਮ ਤੌਰ ਤੇ ਉਹਦੇ ਹੱਥਾਂ 'ਚ ਗਨ ਹੁੰਦੀ ਹੈ। ਲੇਕਿਨ ਅੱਜ ਉਸਦੀ ਗਨ ਕਿੱਥੇ ਹੈ? ਉਸਦੇ ਗੋਡਿਆਂ ਦੇ ਵਿੱਚ, ਹੱਥਾਂ 'ਚ ਨਹੀਂ ਹੈ। ਕਿਉਂ? ਕਿਉਂਕਿ ਚਿੱਠੀ ਆਈ ਹੈ ਘਰੋਂ, ਤੇ ਘਰੋਂ ਜਿਹੜੀ ਚਿੱਠੀ ਆਈ ਹੈ ਉਹਦੇ 'ਚ ਸ਼ਾਇਦ ਦੁੱਖ ਭਾਰੀ ਹੈ, ਤੇ ਇੰਨਾ ਦੁੱਖ ਭਾਰੀ ਹੈ ਕਿ ਇੰਨਾ ਜ਼ਿਆਦਾ ਇਮੋਸ਼ਨਲ ਹੋ ਗਿਆ ਕਿ ਉਸਦੇ ਹੱਥਾਂ 'ਚੋਂ ਵੀ ਅੱਜ ਗਨ ਜਿਹੜੀ ਹੈ ਉਹ ਨਹੀਂ ਹੈ। ਅੱਜ ਉਹ ਆਪਣੇ ਦੁੱਖ ਦੇ ਵਿੱਚ ਇੰਨਾ ਜ਼ਿਆਦਾ ਉਹ ਗਮਗੀਨ ਹੈ। ਤਾਂ ਬੇਟਾ ਇਹ ਸਾਡੇ ਦੋ ਸਟੈਂਜ਼ੇ ਸੀਗੇ ਜਿਸ ਦੇ ਵਿੱਚ ਇਹ ਜ਼ਿਕਰ ਆਇਆ ਹੋਇਆ ਹੈ ਕਿ ਇੱਕ ਬਾਰਡਰ ਗਾਰਡ, ਇੱਕ ਦੇਸ਼ ਦਾ ਬਾਰਡਰ ਗਾਰਡ ਦੂਜੇ ਦੇਸ਼ ਦੇ ਬਾਰਡਰ ਗਾਰਡ ਦੀ ਜੋ ਤਕਲੀਫ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿ ਅੱਜ ਉਹ ਆਪਣੇ ਪੋਸਚਰ 'ਚ ਨਹੀਂ ਖੜਾ, ਅੱਜ ਉਹ ਆਪਣੇ ਜਿਸ ਤਰ੍ਹਾਂ ਹੁੰਦਾ ਹੈ ਤੈਨਾਤ ਹੁੰਦਾ ਹੈ ਸਰਹੱਦ ਤੇ, ਅੱਜ ਉਵੇਂ ਨਹੀਂ ਹੈ, ਅੱਜ ਉਹ ਰੋ ਰਿਹਾ ਹੈ ਤੇ ਉਸਦੀ ਗਨ ਵੀ ਖਾਮੋਸ਼ ਪਈ ਹੈ। ਕਿਉਂ ਹੈ? ਤਾਂ ਇਹ ਸਾਰਾ ਕੁਝ ਉਹ ਸੋਚ ਰਿਹਾ ਹੈ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ, ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਤਾਂ ਬੇਟਾ ਇਹ ਜਿਹੜੇ ਦੋ ਸਟੈਂਜ਼ੇ ਆ ਨਾ, ਦੇਖ ਕੇ ਸਾਨੂੰ ਇਹ ਲੱਗਦਾ ਹੈ ਕਿ ਫੌਜੀਆਂ ਦੇ ਦਿਲਾਂ 'ਚ ਵੀ ਇਮੋਸ਼ਨਸ ਹੁੰਦੇ ਆ, ਉਹ ਇਹੋ ਜਿਹੇ ਨਹੀਂ ਹੁੰਦੇ, ਹਾਰਡ ਹਾਰਟਿਡ ਨਹੀਂ ਹੁੰਦੇ ਉਹ, ਕਿ ਉਹਨਾਂ ਦੇ ਦਿਲ ਇੰਨੇ ਕਠੋਰ ਨਹੀਂ ਹੁੰਦੇ। ਦੇਖੋ ਫੌਜੀ ਵੀ ਇਮੋਸ਼ਨਸ ਰੱਖਦੇ ਆ, ਉਹ ਵੀ ਇਨਸਾਨ ਹੈ ਸਾਡੇ ਵਾਂਗੂ, ਉਹ ਵੀ ਸਾਡੇ ਵਰਗੇ ਇਨਸਾਨ ਨੇ ਜੀ। ਤਾਂ ਅੱਗੇ ਚੱਲਦੇ ਹਾਂ ਕਿ ਮਾਈ ਫਿੰਗਰਸ ਬਲੀਡ ਟੂ ਥਿੰਕ ਆਫ ਦਾ ਫੈਂਸ ਸਪਾਈਕਸ। ਕਹਿੰਦੇ ਜਿਹੜੀ ਮੇਰੀਆਂ ਉਂਗਲਾਂ ਨੇ, ਮਾਈ ਫਿੰਗਰਸ, ਇੱਥੇ ਫੇਰ ਉਹੀ ਪਰਸਨ ਜੋ ਬਾਰਡਰ ਗਾਰਡ ਹੈ ਸਾਡੇ ਵਾਲੇ ਪਾਸੇ, ਇੰਡੀਆ ਵਾਲੇ ਪਾਸੇ, ਉਹ ਆਪਾਂ ਇੱਥੇ ਇੰਡੀਆ ਪਾ ਲੈਨੇ, ਬਿਕੋਜ਼ ਤਾਂ ਬੇਟਾ ਇਹ ਸਮਝਣੀ ਸੌਖੀ ਹੈ, ਥੋੜਾ ਜਿਹਾ ਗ੍ਰਾਫਿਕਲ ਪ੍ਰੈਜੈਂਟੇਸ਼ਨ ਜੇ ਪੋਇਮ 'ਚ ਹੋ ਜਾਏ ਤਾਂ ਜ਼ਿਆਦਾ ਅੱਛਾ ਹੋ ਜਾਂਦਾ। ਹੁਣ ਸਾਡਾ ਜਿਹੜਾ ਇੰਡੀਆ ਵਾਲਾ ਬਾਰਡਰ ਗਾਰਡ ਹੈ ਉਹ ਇਹ ਕਹਿੰਦਾ ਹੈ ਕਿ ਮੇਰੀਆਂ ਜਿਹੜੀਆਂ ਉਂਗਲਾਂ ਨੇ ਕਈ ਵਾਰੀ ਇਹ ਸੋਚ ਕੇ ਬਲੀਡ ਕਰਨ ਲੱਗ ਜਾਂਦੇ। ਬਲੀਡ ਦਾ ਮਤਲਬ ਕੀ ਹੁੰਦਾ ਬੇਟਾ? ਬਲੱਡ ਤਾਂ ਤੁਸੀਂ ਸਾਰੇ ਨੇ ਸੁਣਿਆ, ਬਲੱਡ ਦਾ ਮਤਲਬ ਹੁੰਦਾ ਖੂਨ, ਇਹ ਤਾਂ ਹੋ ਗਿਆ ਨਾਊਨ, ਲੇਕਿਨ ਇਹਦੀ ਵਰਬ ਆਪਾਂ ਜੇ ਬਣਾਉਣੀ ਹੋਵੇ ਤਾਂ ਇਹ ਬਲੀਡ ਹੁੰਦੀ ਹੈ। ਬਲੀਡ, ਬਲੱਡ, ਬਲੱਡ ਵਰਬ ਦੀਆਂ ਫਾਰਮਸ ਹੁੰਦੀਆਂ ਨੇ, ਇਹ ਸਾਡੀ ਵਰਬ ਹੈ। ਤਾਂ ਬਲੀਡ ਦਾ ਮਤਲਬ ਹੁੰਦਾ ਹੈ ਖੂਨ ਵਗਣਾ। ਕਹਿੰਦੇ ਮੇਰੀਆਂ ਫਿੰਗਰਸ ਦੇ ਵਿੱਚੋਂ ਇਹ ਸੋਚ ਕੇ ਖੂਨ ਵਗਣ ਲੱਗ ਜਾਂਦਾ ਹੈ, ਕਾਦੇ ਬਾਰੇ? ਆਫ ਦਾ ਫੈਂਸ ਸਪਾਈਕਸ। ਫੈਂਸ ਦਾ ਮਤਲਬ ਫੇਰ ਦੀਵਾਰ, ਸਪਾਈਕਸ ਦਾ ਮਤਲਬ ਹੁੰਦਾ ਬੇਟਾ ਸੂਲਾਂ। ਹੁਣ ਜੇ ਤੁਸੀਂ ਕੰਡਿਆਲੀ ਜਿਹੜੀ ਤਾਰ ਹੁੰਦੀ ਹੈ ਦੇਖੀ ਹੋਵੇ, ਤਾਂ ਕੰਡਿਆਲੀ ਤਾਰ ਕੀ ਹੁੰਦੀ ਹੈ? ਉਹਦੇ 'ਚ ਸੂਲਾਂ ਹੁੰਦੀਆਂ ਲੋਹੇ ਦੀਆਂ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਸ਼ਾਰਪ ਪੁਆਇੰਟਸ ਕਹਿੰਦੇ ਆ। ਸ਼ਾਰਪ, ਤਿੱਖੇ ਜਿਹੇ ਪੁਆਇੰਟਸ ਹੁੰਦੇ ਨੇ। ਹੁਣ ਸਪੋਜ਼ ਕਰੋ ਇੱਕ ਕੰਡਿਆਲੀ ਤਾਰ ਜਾ ਰਹੀ ਹੋਵੇ, ਕਾਫੀ ਘਣੀ ਹੋਵੇ, ਤੇ ਆਪਾਂ ਨੂੰ ਕਿਹਾ ਜਾਵੇ ਕਿ ਤੁਸੀਂ ਪਾਰ ਕਰੋ ਜੀ ਇਹਨੂੰ, ਆਪਣੇ ਤਾਂ ਪਹਿਲਾਂ ਹੀ ਖੂਨ ਜਾ
ਆਪਣੇ ਅੱਖਾਂ ਦੇ ਸਾਹਮਣੇ ਆ ਜੂ ਕਿ ਲੈ ਵੀ ਕਿ ਜੇ ਕਿਤੇ ਆ ਸੂਲ ਜੀ ਲੱਗ ਗਈ ਖੂਨ ਬਹੁਤ ਵਗੂ। ਉਹੀ ਗੱਲ ਇੱਥੇ ਹੈ, ਕਹਿੰਦੇ ਜਦੋਂ ਮੈਂ ਮੇਰੀਆਂ ਫਿੰਗਰਸ ਹੈ ਉਹਨਾਂ ਦੇ ਵਿੱਚੋਂ ਖੂਨ ਪਹਿਲੀ ਵਗਣਾ ਸ਼ੁਰੂ ਕਰ ਦਿੰਦਾ, ਇਹ ਸੋਚ ਕੇ ਕਿ ਫੈਂਸ ਦੀਆਂ ਜਿਹੜੀਆਂ ਸਪਾਈਕਸ ਨੇ ਇੰਨੀਆਂ ਤਿੱਖੀਆਂ ਨੇ। ਹੁਣ ਇੱਥੇ ਕੀ ਮਤਲਬ ਹੈ ਕਵੀ ਦੇ ਕਹਿਣ ਦਾ? ਕਵੀ ਇਹ ਕਹਿਣਾ ਚਾਹੁੰਦਾ ਹੈ ਕਿ ਮੈਂ ਜੇ ਇਸ ਫੈਂਸ ਨੂੰ, ਇਹ ਦੀਵਾਰ ਨੂੰ ਕੋਸ਼ਿਸ਼ ਵੀ ਕਰਾਂ ਪਾਰ ਕਰਨ ਦੀ। ਦੇਖੋ ਉਹਨੇ ਪਹਿਲਾਂ ਕੀ ਕਿਹਾ ਸੀ ਦੀਵਾਰ ਦੇ ਬਾਰੇ, ਉਹਨੇ ਵਰਡ ਯੂਜ਼ ਕੀਤਾ ਸੀ ਇੰਪ੍ਰੈਗਨੇਬਲ। ਇੰਪ੍ਰੈਗਨੇਬਲ ਤਾਂ ਹੈ ਹੀ ਹੈ, ਉਹਨੂੰ ਪਾਰ ਤਾਂ ਕਿਤੇ ਨਹੀਂ ਜਾ ਸਕਦਾ। ਐਡੀਆਂ ਮੋਟੀਆਂ ਮੋਟੀਆਂ ਲੰਬੀਆਂ ਲੰਬੀਆਂ ਦੀਵਾਰਾਂ ਖੜੀਆਂ ਹੋ ਗਈਆਂ ਨਫ਼ਰਤਾਂ ਦੀਆਂ, ਲੇਕਿਨ ਉਹਦੇ ਵਿੱਚ ਸੂਲਾਂ ਵੀ ਨੇ। ਸੂਲਾਂ ਦਾ ਮਤਲਬ ਹੈ ਜੇ ਕੋਈ ਉਹਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪੱਕੀ ਗੱਲ ਹੈ ਕਿ ਉਹਦਾ ਨੁਕਸਾਨ ਹੋਣਾ ਹੀ ਹੋਣਾ, ਉਹਦੇ ਸਰੀਰ ਦਾ ਨੁਕਸਾਨ ਹੋਣਾ ਹੀ ਹੋਣਾ। ਮਾਨਸਿਕ ਨੁਕਸਾਨ ਹੋ ਜਾਏ ਜਾਂ ਸਰੀਰਕ ਨੁਕਸਾਨ ਹੋ ਜਾਏ ਤਾਂ ਇਹ ਹੋਣਾ ਹੀ ਹੋਣਾ ਹੈ। ਤਾਂ ਇਸ ਕਰਕੇ ਮੈਂ ਪਹਿਲਾਂ ਹੀ ਡਰ ਜਾਂਦਾ। ਤੇ ਇਹ ਜਿਹੜੀਆਂ ਸੂਲਾਂ ਨੇ, ਇਹ ਦੀਵਾਰ 'ਚ ਜਿਹੜੀਆਂ ਖੜੀਆਂ ਹੋਈਆਂ ਕੰਡਿਆਲੀ ਤਾਰ ਹੈ, that will not let me caress the anguished face of this other man। ਕਹਿੰਦੇ ਇਹ ਦੀਵਾਰਾਂ ਤੇ ਚੜਾਈਆਂ ਹੋਈਆਂ ਨਫ਼ਰਤਾਂ ਦੀਆਂ ਕੰਡਿਆਲੀਆਂ ਤਾਰਾਂ ਕਹਿੰਦੇ ਮੈਨੂੰ ਅਲਾਉ ਨਹੀਂ ਕਰਦੀਆਂ। ਲੈਟ ਦਾ ਮਤਲਬ ਹੁੰਦਾ ਅਲਾਉ ਕਰਨਾ, ਮੈਨੂੰ ਇਜਾਜ਼ਤ ਨਹੀਂ ਦਿੰਦੀਆਂ ਕਿ ਮੈਂ ਕਰੈਸ ਦਾ ਮਤਲਬ ਹੁੰਦਾ ਬੇਟਾ ਕੰਫਰਟ। ਸਪੋਜ਼ ਕਰੋ ਕੋਈ ਬੰਦਾ ਤੁਹਾਡੇ ਕੋਲੇ ਦੁਖੀ ਬੈਠਾ ਹੋਵੇ, ਤੁਸੀਂ ਉਸ ਨੂੰ ਦਿਲਾਸਾ ਦਵੋ, ਉਸ ਦੇ ਸਿਰ ਤੇ ਹੱਥ ਫੇਰੋ, ਉਸ ਨਾਲ ਚਾਰ ਪਿਆਰ ਮੁਹੱਬਤ ਦੀਆਂ ਗੱਲਾਂ ਕਰੋ, ਉਹਨੂੰ ਆਪਾਂ ਕਰੈਸ ਕਹਿੰਦੇ ਆ, ਕੰਫਰਟ ਕਹਿੰਦੇ ਆ, ਵੀ ਆਪਾਂ ਉਹਨੂੰ ਥੋੜਾ ਜਿਹਾ ਕੰਫਰਟ ਲੈਵਲ 'ਚ ਲੈ ਕੇ ਆਉਂਦੇ ਆ। ਕਹਿੰਦੇ ਮੈਨੂੰ ਇਹ ਕਰੈਸ ਕਰਨ ਨਹੀਂ ਦਿੰਦੀਆਂ, ਮੈਨੂੰ ਉਸਨੂੰ ਸਹਿਲਾਨ ਨਹੀਂ ਦਿੰਦੀਆਂ, ਮੈਨੂੰ ਪਿਆਰ ਕਰਨ ਨਹੀਂ ਦਿੰਦੀਆਂ। ਕਿਸ ਨੂੰ? ਦਾ ਐਂਗੁਇਸ਼ਡ ਫੇਸ ਆਫ ਦਿਸ ਅਦਰ ਮੈਨ। ਇਸ ਦੂਸਰੇ ਅਦਰ ਮੈਨ, ਯਾਦ ਕਰੋ ਪਹਿਲਾਂ ਕੀ ਆਇਆ ਸੀ? ਅਦਰ ਕੰਟਰੀ, ਅਦਰ ਸਾਈਡ ਆਇਆ ਸੀ ਨਾ ਸ਼ਬਦ। ਮੈਂ ਦਿਖਾਵਾਂ, ਆ ਦੇਖੋ ਅਦਰ। ਇੱਥੇ ਅਦਰ ਕਿਸੇ ਵੀ ਦੇਸ਼ ਤੋਂ ਤੁਸੀਂ ਲੈ ਸਕਦੇ ਹੋ। ਅਦਰ ਦਾ ਮਤਲਬ ਹੈ ਜੋ ਸਾਡੇ ਭਾਰਤ ਦੇਸ਼ ਦੇ ਗੁਆਂਢੀ ਦੇਸ਼ ਨੇ, ਪਾਕਿਸਤਾਨ ਹੈ, ਬੰਗਲਾਦੇਸ਼ ਹੈ, ਜੋ ਵੀ ਹੈ, ਇਹਨਾਂ ਨੂੰ ਤੁਸੀਂ ਕਹਿ ਸਕਦੇ ਹੋ। ਇਹ ਅਦਰ ਸਾਈਡਸ ਹੋ ਗਈਆਂ ਸਾਡੀਆਂ। ਇੱਥੇ ਫੇਰ ਉਸੇ ਅਦਰ ਸਾਈਡ ਦਾ ਜਿਹੜਾ ਫੌਜੀ ਆ ਉਸਨੂੰ ਉਹਨੇ ਕੀ ਕਿਹਾ? ਅਦਰ ਮੈਨ। ਦੁਬਾਰਾ ਵਰਡ ਦੇਖੋ ਕਿੰਨਾ ਵਧੀਆ ਯੂਜ਼ ਕੀਤਾ ਕਵੀ ਨੇ, ਅਦਰ ਸਾਈਡ, ਅਦਰ ਮੈਨ। ਕਹਿੰਦੇ ਮੈਨੂੰ ਇਹ ਜਿਹੜਾ ਹੋਰ ਬੰਦਾ ਹੈ, ਇਸ ਦਾ ਜਿਹੜਾ ਐਂਗੁਇਸ਼ ਦਾ ਮਤਲਬ ਹੁੰਦਾ ਹੈ ਪੇਨ ਭਰਿਆ, ਮਤਲਬ ਸੀਵੀਅਰ ਪੇਨ। ਸੀਵੀਅਰ ਦਾ ਮਤਲਬ ਹੁੰਦਾ ਕਿ ਬਹੁਤ ਜ਼ਿਆਦਾ ਪੇਨ ਜਦੋਂ ਹੁੰਦੀ ਹੈ। ਹੁਣ ਇਹ ਪੇਨ ਮਾਨਸਿਕ ਵੀ ਹੋ ਸਕਦੀ ਹੈ ਬੇਟਾ, ਤੇ ਸਰੀਰਕ ਵੀ ਹੋ ਸਕਦੀ ਹੈ, ਮੈਂਟਲ ਵੀ ਹੋ ਸਕਦੀ ਹੈ। ਤਾਂ ਉਹਦਾ ਜਿਹੜਾ ਦੇਖੋ ਇਸ ਸਮੇਂ ਜਿਹੜਾ ਚਿਹਰਾ ਹੈ, ਉਸਦੀ ਬੋਡੀ ਹੈ, ਉਹ ਵਿਚਾਰੀ ਪੇਨ ਨਾਲ, ਮਾਨਸਿਕ ਦਰਦ ਨਾਲ ਭਰੀ ਹੋਈ ਉਹਦੀ ਬੋਡੀ ਹੈ, ਕਿਉਂਕਿ ਉਹਨੂੰ ਬਹੁਤ ਹੀ ਕੋਈ ਦੁਖਦਾਈ ਖਬਰ ਮਿਲੀ ਹੈ ਘਰੋਂ। ਤੇ ਮੇਰਾ ਜੀ ਕਰਦਾ ਕਿ ਮੈਂ ਉਹਨੂੰ ਜਾ ਕੇ ਕਰੈਸ ਕਰਾਂ, ਉਸਨੂੰ ਮੈਂ ਸਹਿਲਾਵਾਂ, ਉਸਨੂੰ ਅੱਜ ਢਾਂਡਸ ਵਧਾਵਾਂ। ਪਰ ਦੀਵਾਰਾਂ ਐਡੀਆਂ ਐਡੀਆਂ ਵੱਡੀਆਂ ਨੇ, ਨਫ਼ਰਤਾਂ ਦੀਆਂ ਦੀਵਾਰਾਂ ਐਡੀਆਂ ਵੱਡੀਆਂ ਖੜੀਆਂ ਕਰਤੀਆਂ ਦੋਨੇ ਦੇਸ਼ਾਂ ਦੇ ਲੀਡਰਾਂ ਨੇ, ਮਿਲਟਰੀ ਕਮਾਂਡਰਾਂ ਨੇ, ਕਿ ਮੈਂ ਚਾਹ ਕੇ ਵੀ ਉੱਧਰ ਜਾ ਨਹੀਂ ਸਕਦਾ। ਅਤੇ ਉਹ ਅਦਰ ਮੈਨ ਕੌਣ ਹੈ? ਮਾਈ ਕੰਟਰੀਜ਼ ਅਲੈਜਡ ਐਨੀਮੀ, ਮੇਰੇ ਦੇਸ਼ ਦਾ ਅਲੈਜਡ ਦਾ ਮਤਲਬ ਹੁੰਦਾ ਬੇਟਾ ਜਿਹਨੂੰ ਆਪਾਂ ਨੇ ਮਤਲਬ ਇਹ ਕਹਿਤਾ ਉਸ ਤੇ ਦੋਸ਼ ਲਾਣਾ। ਅਲੈਜਡ ਦਾ ਮਤਲਬ ਹੁੰਦਾ ਦੋਸ਼ ਲਾਇਆ ਹੋਇਆ। ਦੋਸ਼ ਲਾਉਣ ਨੂੰ ਅਲੈਜ ਕਹਿੰਦੇ ਨੇ। ਅਲੈਜਡ ਉਹਦਾ ਐਡਜੈਕਟਿਵ ਹੋ ਗਿਆ ਕਿ ਇਹ ਇਸ ਬੰਦੇ ਤੇ ਦੋਸ਼ ਲੱਗਿਆ ਹੋਇਆ ਕਿ ਇਹ ਕੌਣ ਹੈ? ਮੇਰਾ ਐਨੀਮੀ ਹੈ, ਮੇਰਾ ਦੁਸ਼ਮਣ ਹੈ। ਇੱਥੇ ਹੁਣ ਉਹ ਅਦਰ ਮੈਨ, ਜਿਹੜਾ ਅਦਰ ਮੈਨ ਹੈ ਉਹ ਕੌਣ ਹੈ? ਮੇਰੇ ਦੇਸ਼ ਦਾ ਅਲੈਜਡ ਐਨੀਮੀ। ਹੁਣ ਇੱਥੇ ਇੱਕ ਗੱਲ ਦਾ ਖਿਆਲ ਰੱਖਿਓ ਬੇਟਾ, ਅਲੈਜਡ ਐਨੀਮੀ ਤੇ ਰੀਅਲ ਐਨੀਮੀ 'ਚ ਫਰਕ ਹੁੰਦਾ ਹੈ। ਅਲੈਜਡ ਐਨੀਮੀ, ਇੱਥੇ ਕਵੀ ਨੇ ਅਲੈਜਡ ਐਨੀਮੀ ਕਿਹਾ, ਰੀਅਲ ਐਨੀਮੀ ਨਹੀਂ ਕਿਹਾ, ਇਹ ਖਿਆਲ ਰੱਖਿਓ। ਕਵੀ ਨੇ ਅਲੈਜਡ ਐਨੀਮੀ ਯੂਜ਼ ਕਰਿਆ, ਰੀਅਲ ਐਨੀਮੀ ਯੂਜ਼ ਨਹੀਂ ਕਰਿਆ। ਮਤਲਬ ਮੇਰੇ ਦੇਸ਼ ਦੇ ਜਿਹੜੇ ਨੇਤਾ ਲੋਕ ਨੇ ਉਹ ਕਹਿੰਦੇ ਨੇ ਕਿ ਇਹ ਜਿਹੜਾ ਬੰਦਾ ਉੱਧਰ ਬੈਠਾ ਹੈ ਬਾਰਡਰ ਗਾਰਡ, ਦੂਜੇ ਦੇਸ਼ ਦੀ ਸਰਹੱਦ ਦੀ ਰਖਵਾਲੀ ਕਰ ਰਿਹਾ ਹੈ, ਇਹ ਤੇਰਾ ਦੁਸ਼ਮਣ ਹੈ। ਅਲੈਜਡ ਐਨੀਮੀ ਮਤਲਬ ਉਹ ਦੋਸ਼ ਲਾ ਰਹੇ ਨੇ। ਜਦ ਆਪਾਂ ਕਿਸੇ ਬੰਦੇ ਤੇ ਦੋਸ਼ ਲਾਉਂਦੇ ਹਾਂ ਲੇਕਿਨ ਉਹ ਪ੍ਰੂਵ ਨਹੀਂ ਹੁੰਦਾ, ਉਹ ਸਬੂਤ ਦੇ ਹਿਸਾਬ ਨਾਲ ਉਹ ਸਿੱਧ ਨਹੀਂ ਹੁੰਦਾ ਕਿ ਵਾਕਈ ਉਹ ਬੰਦਾ ਉਹੀ ਹੈ ਜੋ ਅਸੀਂ ਉਸ ਤੇ ਦੋਸ਼ ਲਾਇਆ, ਤਾਂ ਉਹਨੂੰ ਆਪਾਂ ਅਲੈਜਡ ਕਹਿੰਦੇ ਹਾਂ। ਮਤਲਬ ਦੋਸ਼ ਜ਼ਰੂਰ ਲਾਇਆ ਹੋਇਆ ਲੇਕਿਨ ਦੋਸ਼ ਹਜੇ ਸਾਬਿਤ ਨਹੀਂ ਹੋਇਆ, ਇਸੇ ਕਰਕੇ ਉਸਨੇ ਰੀਅਲ ਐਨੀਮੀ ਵਰਡ ਯੂਜ਼ ਨਹੀਂ ਕਰਿਆ, ਉਹਨੇ ਅਲੈਜਡ ਐਨੀਮੀ ਯੂਜ਼ ਕਰਿਆ ਵਰਡ। ਪਰ ਉਹ ਹੈ ਕੌਣ ਹੈ ਬੰਦਾ? ਬਟ ਮਾਈ ਸੋਲਸ ਬ੍ਰਦਰ ਇਨ ਲੋਨਲੀਨੈਸ, ਪਰੰਤੂ ਉਹ ਮੇਰਾ ਸੋਲ ਬ੍ਰਦਰ ਹੈ। ਸੋਲ ਦਾ ਮਤਲਬ ਕੀ ਹੁੰਦਾ ਬੇਟਾ? ਆਤਮਾ, ਦਿਲੋਂ। ਜਦੋਂ ਤੁਸੀਂ ਕਿਸੇ ਪਰਸਨ ਨੂੰ ਦਿਲੋਂ ਆਪਣਾ ਮੰਨਦਾ, ਆਤਮਿਕ ਤੌਰ ਤੇ ਮੰਨਦੇ ਹੋ, ਉਹ ਮੇਰਾ ਇਹੋ ਜਿਹਾ ਬ੍ਰਦਰ ਹੈ ਜਿਸ ਨਾਲ ਮੇਰਾ ਦਿਲੀ ਸਾਂਝ ਹੈ। ਮਤਲਬ ਉਸ ਬੰਦੇ ਨੂੰ ਮੈਂ ਆਪਣਾ ਸੋਲ ਬ੍ਰਦਰ ਮੰਨਦਾ। ਤੇ ਉਹ ਸੋਲ ਬ੍ਰਦਰ ਕਿਉਂ ਹੈ? ਕਿਉਂਕਿ ਉਹ ਇਨ ਲੋਨਲੀਨੈਸ ਚ ਹੈ। ਅੱਜ ਉਹ ਹੀ ਇਕੱਲਾ ਹੈ, ਅੱਜ ਉਹ ਇਕੱਲਾ ਹੈ, ਕਿਉਂਕਿ ਅੱਜ ਉਹ ਆਪਣੇ ਪਰਿਵਾਰ ਨੂੰ ਮਿਸ ਕਰ ਰਿਹਾ। ਮੈਂ ਵੀ ਇੱਧਰ ਆਪਣੇ ਪਰਿਵਾਰ ਨੂੰ ਮਿਸ ਕਰ ਰਿਹਾ, ਮੈਂ ਵੀ ਇਕੱਲਾ। ਤਾਂ ਜਦੋਂ ਦੋ ਬੰਦੇ ਬੇਟਾ ਇਕੱਲੇ ਹੁੰਦੇ ਨੇ ਤਾਂ ਫਿਰ ਉਹ ਇੱਕ ਦੂਜੇ ਚ
ਭਰਾਤਰੀ ਭਾਵ ਦੇਖਦੇ ਨੇ, ਇੱਕ ਬ੍ਰਦਰਹੁੱਡ ਲਵ ਦੇਖਦੇ ਨੇ। ਅੱਜ ਇਹੀ ਪਰਸਨ ਜੋ ਸਾਡੇ ਇੰਡੀਅਨ ਵਾਲੀ ਸਾਈਡ ਤੇ ਬੈਠਾ ਹੈ, ਬਾਰਡਰ ਗਾਰਡ ਜੋ ਸਾਡੇ ਸਰਹੱਦ ਦੀ ਰਖਵਾਲੀ ਕਰ ਰਿਹਾ ਹੈ, ਉਹ ਦੂਜੇ ਵਾਲੇ ਪਰਸਨ ਦੇ ਪ੍ਰਤੀ ਇੱਕ ਬ੍ਰਦਰਹੁੱਡ ਦੀ ਭਾਵਨਾ ਨਾਲ ਦੇਖ ਰਿਹਾ ਹੈ, ਕਿਉਂਕਿ ਉਸ ਨੂੰ ਲੱਗ ਰਿਹਾ ਜਿਵੇਂ ਮੈਂ ਅੱਜ ਇਕੱਲਾ ਹਾਂ। ਲੋਨਲੀਨੈਸ ਦਾ ਮਤਲਬ ਕੀ ਹੁੰਦਾ ਹੈ? ਇਕਾਂਤ, ਇਕੱਲਪਣਾ, ਕਿ ਜਿਵੇਂ ਮੈਂ ਅੱਜ ਇਕੱਲਾ, ਮੇਰਾ ਪਰਿਵਾਰ ਮੇਰੇ ਤੋਂ ਦੂਰ ਹੈ, ਸ਼ਾਇਦ ਮੇਰੇ ਪਰਿਵਾਰ ਦੇ ਵਿੱਚ ਵੀ ਇਹ ਕੋਈ ਦੁੱਖ ਆਉਂਦਾ ਹੈ ਤਾਂ ਮੈਨੂੰ ਇਸ ਤਰ੍ਹਾਂ ਦਾ ਮਹਿਸੂਸ ਹੋਊਗਾ ਜਿਵੇਂ ਅੱਜ ਉਸ ਨੂੰ ਹੋ ਰਿਹਾ। ਤਾਂ ਅੱਜ ਉਹ ਇੱਕ ਤਰੀਕੇ ਦੇ ਨਾਲ ਉਸ ਬੰਦੇ ਦੀ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ, ਹਾਲਾਂਕਿ ਕੱਲ ਤੱਕ ਉਸਨੇ ਉਸੇ ਬੰਦੇ ਦੇ ਖਿਲਾਫ ਗੋਲੀਆਂ ਵੀ ਚਲਾਈਆਂ ਨੇ। ਦੇਖੋ, ਕੱਲ ਤੱਕ ਉਸਨੇ ਇਸੇ ਪਰਸਨ ਦੇ ਖਿਲਾਫ ਗੋਲੀਆਂ ਵੀ ਚਲਾਈਆਂ ਹੋਣਗੀਆਂ, ਇਹਨੇ ਵੀ ਗੋਲੀਆਂ ਚਲਾਈਆਂ ਹੋਣਗੀਆਂ, ਲੇਕਿਨ ਅੱਜ ਇਹ ਪਰਸਨ ਇਸ ਬੰਦੇ ਦੇ ਪ੍ਰਤੀ, ਇਸ ਬਾਰਡਰ ਗਾਰਡ ਦੇ ਪ੍ਰਤੀ ਅੱਜ ਇੱਕ ਹੋਰ ਭਾਵਨਾ ਨਾਲ ਦੇਖ ਰਿਹਾ ਹੈ। ਕਿਉਂਕਿ ਸਭ ਤੋਂ ਵੱਡੀ ਗੱਲ ਕੀ ਹੈ ਇੱਥੇ? ਸੁਨੇਹਾ ਬੇਟਾ ਕੀ ਦੇ ਰਿਹਾ ਹੈ ਕਵੀ ਸੁਨੇਹਾ ਇਹ ਦੇ ਰਿਹਾ ਹੈ ਕਿ ਇਹ ਜਿਹੜੀਆਂ ਦੀਵਾਰਾਂ ਨਫ਼ਰਤਾਂ ਦੀਆਂ ਖੜੀਆਂ ਕੀਤੀਆਂ ਹੋਈਆਂ ਨੇ, ਇਹ ਸਾਡੇ ਲੋਕਾਂ ਨੇ ਖੜੀਆਂ ਕਰੀਆਂ ਨੇ। ਇਹ ਆਪਸੀ ਕੋਈ ਦੀਵਾਰ ਨਹੀਂ ਹੈ ਸਾਡੀ, ਅਸੀਂ ਸਾਰੇ ਇੱਕ ਦੂਜੇ ਦੇ ਪ੍ਰਤੀ ਇੱਕ ਇਨਸਾਨੀਅਤ ਦਾ ਭਾਵ ਰੱਖਦੇ ਹਾਂ। ਸ਼ਾਇਦ ਇਹ ਦੋਨੇ ਬੰਦੇ ਕਦੇ ਜੇਕਰ ਬਾਰਡਰ ਤੇ ਨਾ ਮਿਲਣ, ਕਦੇ ਫੇਰ ਕਿਤੇ ਮਿਲਣ, ਇਹ ਕਿਸੇ ਮੰਨ ਲਓ ਕਿਸੇ ਰੈਸਟੋਰੈਂਟ 'ਚ ਮਿਲਣ ਜਾਂ ਕਿਸੇ ਸਮੁੰਦਰ ਦੇ ਕਿਨਾਰੇ ਮਿਲਣ, ਤਾਂ ਇਹ ਬੈਠ ਕੇ ਗੱਲਾਂ ਕਰਨ, ਗੱਪਾਂ ਮਾਰਨ, ਇੱਕ ਦੂਜੇ ਨਾਲ ਆਪਣਾ ਵਧੀਆ ਟਾਈਮ ਬਿਤਾਉਣ। ਲੇਕਿਨ ਅੱਜ ਇਹ ਦੋਨੇ ਕੀ ਨੇ? ਇੱਕ ਦੂਜੇ ਦੇ ਅਲੈਜਡ ਐਨੀਮੀ ਨੇ, ਰੀਅਲ ਐਨੀਮੀ ਨਹੀਂ ਹੈਗੇ, ਅਲੈਜਡ ਐਨੀਮੀ ਨੇ। ਕਿਉਂ? ਕਿਉਂਕਿ ਦੇਸ਼ਾਂ ਦੀਆਂ ਸਰਕਾਰਾਂ ਨੇ ਘੋਸ਼ਿਤ ਕੀਤਾ ਹੋਇਆ ਕਿ ਤੂੰ ਸਾਡਾ ਦੁਸ਼ਮਣ, ਮੈਂ ਤੇਰਾ ਦੁਸ਼ਮਣ। ਇਹ ਕੰਮ ਹੋ ਰਿਹਾ ਹੈ ਜੀ। ਤਾਂ ਇਸ ਤਰੀਕੇ ਨਾਲ ਸਾਡੀ ਇਹ ਪੋਇਮ ਖਤਮ ਹੁੰਦੀ ਹੈ। ਇਸ ਪੋਇਮ ਨੂੰ ਇਹ ਵੀ ਕਿਹਾ ਗਿਆ ਹੈ ਕਿ ਇਹ ਪੋਇਮ ਸ਼ਾਇਦ ਇੰਡੀਆ ਤੇ ਪਾਕਿਸਤਾਨ ਜਿਹੜੇ ਬਾਰਡਰ ਗਾਰਡਸ ਹੈ ਉਹਨਾਂ ਦੇ ਉੱਪਰ ਲਿਖੀ ਹੋਈ ਹੈ। ਇਹਨੂੰ ਤੁਸੀਂ ਜਿਵੇਂ ਮਰਜ਼ੀ ਮੰਨ ਸਕਦੇ ਹੋ। ਇੱਥੇ ਕਵੀ ਨੇ ਅਦਰ ਸਾਈਡ ਕਿਹਾ, ਅਦਰ ਮੈਨ ਕਿਹਾ, ਤਾਂ ਇੱਥੇ ਅਦਰ ਦਾ ਮਤਲਬ ਕੁਝ ਵੀ ਹੋ ਸਕਦਾ ਹੈ। ਤਾਂ ਸਟੂਡੈਂਟਸ, ਇਸੇ ਨਾਲ ਹੀ ਸਾਡੀ ਪੋਇਮ ਦਾ ਟੈਕਸਟ ਕੰਪਲੀਟ ਹੁੰਦਾ ਹੈ। ਉਮੀਦ ਹੈ ਕਿ ਤੁਹਾਨੂੰ ਸਾਰੀ ਪੋਇਮ ਸਮਝ ਆ ਗਈ ਹੋਵੇਗੀ। ਜੇਕਰ ਫਿਰ ਵੀ ਤੁਹਾਨੂੰ ਇਸ ਨਾਲ ਸੰਬੰਧਿਤ ਕੋਈ ਵੀ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਇਸ ਚੈਪਟਰ ਦੀ ਸੀਰੀਜ਼ ਦੇ ਸੈਕਿੰਡ ਵੀਡੀਓ ਦੇ ਵਿੱਚ ਆਪਾਂ ਇਸ ਚੈਪਟਰ ਦੇ ਨਾਲ ਸੰਬੰਧਿਤ ਕੁਐਸਚਨ ਆਨਸਰਸ ਅਤੇ ਹੋਰ ਐਕਸਰਸਾਈਜ਼ਸ ਨੂੰ ਡਿਸਕਸ ਕਰਾਂਗੇ। ਫਿਰ ਮਿਲਦੇ ਹਾਂ ਜੀ, ਧੰਨਵਾਦ।